सहज सुभाए। दर्शन परसै गुरु कै जन्म मरण दुख जाय। होवै सिफत खसामदी नूर अरसों कुरसों। तुध डिठे सच्चे भल जन्म जन्म दी। तुध डिठे सच्चे पातशाह भल जन्म जन्म दी कटिया। बाक विलास अनेक प्रकारा करत गुरु दे आनंद उदारा। वाहिगुरु जी का खालसा वाहिगुरु जी की फतेह। ਸਾਹਿਬ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀਆਂ ਦੀ ਪਵਿੱਤਰ ਪਾਵਨ ਹਜ਼ੂਰੀ ਅੰਦਰ ਬਿਰਾਜਮਾਨ ਹੋ ਰਹੀ ਗੁਰੂ ਕੀ ਸੰਗਤ ਆਪ ਸੰਗਤਾਂ ਨੇ ਸਤਿਗੁਰਾਂ ਦੇ ਦਰਬਾਰ ਦੀ ਹਾਜ਼ਰੀ ਭਰ ਕਰਕੇ ਗੁਰਬਾਣੀ ਦੇ ਕੀਰਤਨ ਸਰਵਣ ਕਰਕੇ ਸਮਾਂ ਤੇ ਸਵਾਸ ਸਫਲੇ ਬਣਾਏ। ਇਸ ਵੇਲੇ ਸਤਿਗੁਰਾਂ ਦੇ ਇਤਿਹਾਸ ਦੀ ਕਥਾ ਆਪਾਂ ਸਰਵਣ ਕਰ ਰਹੇ ਹਾਂ। ਬਾਦਸ਼ਾਹ ਔਰੰਗਜ਼ੇਬ ਨੇ ਜੋ ਸੱਦਾ ਭੇਜਿਆ ਸਤਿਗੁਰਾਂ ਨੂੰ ਦਿੱਲੀ ਆਉਣ ਵਾਸਤੇ, ਗੁਰੂ ਤੇਗ ਬਹਾਦਰ ਮਹਾਰਾਜ ਜੀ ਅਨੰਦਪੁਰ ਸਾਹਿਬ ਤੋਂ ਚੱਲੇ। ਵੱਖ-ਵੱਖ ਨਗਰਾਂ ਤੇ ਇਲਾਕਿਆਂ ਵਿੱਚ ਹੁੰਦੇ ਹੋਏ ਸੈਫਦੀਨ ਨਾਮ ਦਾ ਇੱਕ ਮੁਸਲਮਾਨ ਹੈ। ਇਸ ਨੇ ਇੱਕ ਨਗਰ ਵਸਾਇਆ, ਨਾਮ ਹੈ ਸੈਫਾਬਾਦ, ਜਿਹੜਾ ਕਿ ਅੱਜ ਆਪਾਂ ਪਟਿਆਲਾ ਨਗਰ ਦੇਖਦੇ ਹਾਂ। ਸੋ ਇਹ ਉਹ ਇਲਾਕਾ, ਉਹ ਸਥਾਨ ਹੈ। ਸੈਫਾਦੀਨ ਨਾਮ ਦਾ ਜੋ ਵਿਅਕਤੀ ਹੈ, ਇਸ ਨੇ ਸੈਫਾਬਾਦ ਇਹ ਜਿਹੜਾ ਪਿੰਡ ਹੈ ਇਹ ਵਸਾਇਆ। ਮਹਾਰਾਜ ਜੀ ਨੂੰ ਆਪਣੇ ਬਾਗ ਦੇ ਵਿੱਚ ਡੇਰਾ ਕਰਵਾਇਆ। ਸਤਿਗੁਰਾਂ ਦੀ ਸੇਵਾ ਕਰਦਾ ਪਿਆ ਹੈ, ਮੁਸਲਮਾਨ ਪ੍ਰੇਮੀ ਹੈ। ਕਿਹੜੇ ਬਚਨ ਬਿਲਾਸ ਮਹਾਰਾਜ ਅੱਗੇ ਕਰਦੇ ਉਹ ਆਪਾਂ ਸਰਵਣ ਕਰਾਂਗੇ। ਮਨ ਬਿਰਤੀਆਂ ਟਿਕਾਈਏ, ਮਿਲ ਕੇ ਆਖੀਏ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਬਾਕ ਬਿਲਾਸ ਅਨੇਕ ਪ੍ਰਕਾਰਾ। ਸਤਿਗੁਰੂ ਤੇਗ ਬਹਾਦਰ ਪਾਤਸ਼ਾਹ ਮਹਾਰਾਜ ਸਾਹਿਬ ਜੀ ਬਾਹਰ ਬਾਗ ਦੇ ਵਿੱਚ ਬੈਠਦੇ ਨੇ। ਸਤਿਗੁਰਾਂ ਦੇ ਕੋਲ ਇਹ ਸੈਫਦੀਨ ਵੀ ਆ ਜਾਂਦਾ, ਸਤਿਗੁਰਾਂ ਦੇ ਕੋਲ ਬੈਠਦਾ ਹੈ। ਕਈ ਤਰ੍ਹਾਂ ਦੇ ਬਚਨ ਬਿਲਾਸ ਹੁੰਦੇ ਹਨ। ਕਰਤ ਗੁਰੂ ਦੇ ਆਨੰਦ ਉਦਾਰਾ। ਤੇ ਸਤਿਗੁਰੂ ਪਾਤਸ਼ਾਹ ਜੀਆਂ ਦੇ ਨਾਲ ਜਦੋਂ ਬਚਨ ਕਰਦਾ ਹੈ ਨਾ, ਤੇ ਮਹਾਰਾਜ ਸਾਹਿਬ ਜੀਆਂ ਦੀ ਆਵਾਜ਼ ਜਦੋਂ ਇਹਦੇ ਕੰਨਾਂ ਵਿੱਚ ਪੈਂਦੀ ਹੈ ਬਚਨ ਬਿਲਾਸ ਕਰਦਿਆਂ, ਤੇ ਬਹੁਤ ਭਾਰੀ ਆਨੰਦ ਪ੍ਰਾਪਤ ਹੁੰਦਾ ਹੈ। ਸ਼ਾਂਤ ਸਮੇਤ ਉਚਾਰਤ ਜਿਉਂ ਜਿਉਂ। ਸਤਿਗੁਰੂ ਪਾਤਸ਼ਾਹ ਮਹਾਰਾਜ ਸਾਹਿਬ ਜੀ ਸ਼ਾਂਤੀ ਦੇ ਘਰ ਨੇ। ਜਿਵੇਂ ਜਿਵੇਂ ਮਹਾਰਾਜ ਸਾਹਿਬ ਜੀ ਇਹਦੇ ਨਾਲ ਬਚਨ ਬਿਲਾਸ ਕਰਦੇ ਹਨ, ਸੁਣ ਕਰ ਬਸੀ ਹੋਤ ਮਨ ਤਿਉਂ ਤਿਉਂ। ਸਤਿਗੁਰਾਂ ਦੇ ਬਚਨ ਹੀ ਇਹੋ ਜਿਹਾ ਮਨ ਨੂੰ ਮੋਹਣ ਵਾਲੇ ਨੇ, ਐਸੇ ਬਖਸ਼ਿਸ਼ ਵਾਲੇ ਨੇ। ਜਿਵੇਂ ਜਿਵੇਂ ਸੁਣਦਾ ਇਹਦਾ ਮਨ ਸਤਿਗੁਰਾਂ ਦੇ ਅਧੀਨ ਹੁੰਦਾ ਜਾਂਦਾ ਹੈ। ਮੁੱਦਤ ਹੋਏ ਪੁਨ ਬੇਨਤੀ ਠਾਨੀ। ਸਤਿਗੁਰਾਂ ਨੇ ਅੱਗੇ ਫਿਰ ਉਸ ਵੇਲੇ ਜਦੋਂ ਮਹਾਰਾਜ ਪ੍ਰਸੰਨ ਹੋਏ ਨਾ, ਇਹਦੀ ਸੇਵਾ ਵੇਖ ਕੇ, ਪ੍ਰੇਮ ਵੇਖ ਕੇ, ਤੇ ਫਿਰ ਬੜੀ ਭਾਵਨਾ ਦੇ ਨਾਲ ਮਹਾਰਾਜ ਸਾਹਿਬ ਜੀ ਨੂੰ ਬੇਨਤੀਆਂ ਕਰਦਾ ਹੈ। ਕਰੋ ਵਾਸ ਮਮ ਪ੍ਰੀਤ ਮਹਾਨੀ। ਕਹਿਣ ਲੱਗਾ ਮਹਾਰਾਜ ਸਾਹਿਬ ਜੀ ਮੇਰੇ ਕੋਲ ਹੀ ਵਾਸਾ ਕਰੋ, ਹੁਣ ਕਿਰਪਾ ਕਰਕੇ ਜਾਓ ਹੀ ਨਾ ਇੱਥੋਂ। ਮੇਰੀ ਭਾਵਨਾ ਹੈ ਕਿ ਇੱਥੇ ਮੇਰੇ ਕੋਲ ਵਾਸਾ ਕਰੋ, ਮੇਰੇ ਕੋਲ ਰਹਿਣਾ ਕਰੋ, ਐਸਾ ਮੇਰਾ ਪ੍ਰੇਮ ਹੈ। ਪੰਕ ਪ੍ਰਿਥੀ ਪਰ ਪ੍ਰਾਪਤ ਪਾਣੀ। ਸਤਿਗੁਰੂ ਪਾਤਸ਼ਾਹ ਜੀਓ ਇਸ ਜਗ੍ਹਾ ਦੇ ਉੱਪਰ ਪਾਣੀ ਜਿਹੜਾ ਹੈ ਉਹ ਪ੍ਰਾਪਤ ਹੋਣਾ। ਗਮਨ ਕਠਨ ਮਗ ਕੋ ਲਿਓ ਜਾਣੀ। ਜਾਣਾ ਅੱਗੇ ਔਖਾ, ਕਿਉਂਕਿ ਤੁਸੀਂ ਆਖਦੇ ਹੋ ਅਸੀਂ ਦਿੱਲੀ ਜਾਣਾ। ਬਰਸਾਤੀ ਦਿਨ ਨੇ, ਮੀਂਹ ਪੈਂਦਾ ਪਿਆ, ਕੱਚੇ ਰਾਹ ਨੇ, ਚਿੱਕੜ ਹੋ ਗਿਆ, ਰਸਤੇ ਵਿੱਚ ਚਿੱਕੜ ਹੈ, ਗਾਰਾ ਹੈ, ਮਿੱਟੀ ਹੈ। ਮਹਾਰਾਜ ਇਸ ਸਮੇਂ ਇਸ ਮੌਸਮ ਵਿੱਚ ਜਾਣਾ ਬੜਾ ਔਖਾ ਹੈ। ਚਿੱਕੜ ਦਾ ਰਾਹ ਤੁਹਾਨੂੰ ਸਫ਼ਰ ਕਰਨਾ ਪੈਣਾ। ਘੋੜਿਆਂ ਦੇ ਚੱਲਣਾ ਔਖਾ ਹੈ, ਬੈਲ ਜਿਹੜੇ ਬਲਦ ਨੇ ਉਹਨਾਂ ਦਾ ਚੱਲਣਾ ਔਖਾ, ਸੰਗਤਾਂ ਦਾ ਵੀ ਚੱਲਣਾ ਔਖਾ ਹੈ। ਚਿੱਕੜ ਵਾਲਾ ਰਾਹ ਹੋਣ ਕਰਕੇ, ਕੱਚਾ ਰਾਹ ਹੋਣ ਕਰਕੇ
ਮਹਾਰਾਜ ਬਰਸਾਤੀ ਦਿਨ ਨੇ, ਆਪ ਜੀ ਇੱਥੇ ਰਹਿਣਾ ਕਰੋ। ਸੁਨ ਕਰ ਸੈਫਦੀਨ ਕੀ ਬਿਨਤੀ। ਜਦੋਂ ਸੈਫਦੀਨ ਨੇ ਵਾਰ-ਵਾਰ ਬਚਨ ਕੀਤੇ ਨਾ, ਸਤਿਗੁਰਾਂ ਨੂੰ ਬੇਨਤੀ ਕੀਤੀ, ਗੁਰੂ ਤੇਗ ਬਹਾਦਰ ਮਹਾਰਾਜ ਜੀ ਸੁਣ ਕੇ ਕਰਨ ਕੂਚ ਕੀ ਤਜ ਕਰ ਗਿਣਤੀ। ਸਤਿਗੁਰੂ ਜਾਣਾ ਤੇ ਉਥੋਂ ਅੱਗੇ ਚਾਹੁੰਦੇ ਸਨ, ਪਰ ਇਹਦਾ ਪ੍ਰੇਮ ਵੇਖ ਕੇ ਔਰ ਇਹਦੀ ਬੇਨਤੀ ਵੀ ਮਹਾਰਾਜ ਅੱਗੇ ਚਿੱਕੜ ਗਾਰਾ ਹੈ, ਕੱਚੇ ਰਾਹ ਨੇ, ਬਰਸਾਤੀ ਦਿਨ ਨੇ, ਇਹ ਗੱਲ ਵੇਖ ਕੇ ਮਹਾਰਾਜ ਨੇ ਇੱਥੋਂ ਅੱਗੇ ਜਾਣ ਦੀ ਵਿਚਾਰ ਫਿਲਹਾਲ ਛੱਡ ਦਿੱਤੀ ਹੈ। ਕਰਿਓ ਬਚਨ ਤੁਮ ਆਛੇ ਕਹਿਓ। ਸਤਿਗੁਰੂ ਤੇਗ ਬਹਾਦਰ ਮਹਾਰਾਜ ਕਹਿਣ ਲੱਗੇ, ਸੈਫਦੀਨ ਚੰਗੀ ਗੱਲ ਆਖੀ ਹੈ, ਮਗ ਪ੍ਰਸਥਾਨ ਸਮਾਨੈ ਲਹਿਓ। ਅਸੀਂ ਵੀ ਜਾਣ ਲਿਆ ਵੀ ਹੁਣ ਰਸਤੇ ਤੇ ਜਾਣਾ ਠੀਕ ਨਹੀਂ, ਕੱਚੇ ਰਸਤੇ ਪਾਣੀ ਨਾਲ ਭਰੇ ਹੋਏ ਹਨ। ਸਰਬ ਰੀਤ ਕਰ ਸੰਕਟ ਹੋਤ। ਜੇ ਹੁਣ ਜਾਵਾਂਗੇ ਤੇ ਸੰਕਟ ਹੈ, ਦੁੱਖ ਵਾਲਾ ਸਮਾਂ ਹੈ, ਬਰਸਾਤੀ ਦਿਨਾਂ ਵਿੱਚ ਅੱਗੇ ਜਾਣਾ ਔਖਾ ਹੈ। ਤ੍ਰਿਨ ਗਨ ਜੀਵ ਬਿਲੰਦ ਉਦੋਤ। ਕਿਉਂਕਿ ਘਾਹ ਵਗੈਰਾ ਦੇ ਵਿੱਚ ਕਈ ਤਰ੍ਹਾਂ ਦੇ ਜ਼ਹਿਰੀਲੇ ਸੱਪ, ਠੂਏ, ਬਿੱਛੂ ਇਤਿਆਦਿਕ ਬਰਸਾਤ ਪੈਂਦੀ ਹੈ, ਭੜਾਸ ਪੈਂਦੀ ਹੈ। ਜਿਹੜੇ ਖੁੱਡਾਂ ਵਿੱਚ ਰਹਿਣ ਵਾਲੇ ਜ਼ਹਿਰੀਲੇ ਜਾਨਵਰ ਨੇ ਉਹ ਵੀ ਰਾਹ 'ਚ ਵੀ ਰਸਤੇ ਵਿੱਚ ਬੈਠ ਜਾਂਦੇ ਹਵਾ ਲੈਣ ਵਾਸਤੇ। ਹੁਣ ਜਾਣਾ ਠੀਕ ਨਹੀਂ ਹੈ, ਕੋਈ ਜ਼ਹਿਰੀਲਾ ਜਾਨਵਰ ਨੁਕਸਾਨ ਕਰ ਸਕਦਾ ਹੈ। ਬਰਖਾ ਸਕਲ ਬਿਤਾਵੇਂ ਜਵੇਂ। ਅਸੀਂ ਹੁਣ ਜਾਵਾਂਗੇ ਇੱਥੇ ਸੈਫਾਬਾਦ ਦੇ ਵਿੱਚ, ਤੇਰੇ ਕੋਲ ਹੀ ਸਾਰਾ ਇਹ ਬਰਸਾਤ ਦੇ ਦਿਨ ਬਤੀਤ ਕਰਾਂਗੇ। ਕਰੈ ਕੂਚ ਡੇਰਾ ਹਮ ਤਵੈ। ਜਦੋਂ ਇਹ ਬਰਸਾਤੀ ਦਿਨ ਲੰਘ ਜਾਣਗੇ ਨਾ, ਉਸ ਵੇਲੇ ਫਿਰ ਅਸੀਂ ਇੱਥੋਂ ਅੱਗੇ ਚੱਲਾਂਗੇ। ਤੈਂ ਗੁਰ ਵਸੇ ਦੇਨ ਕੋ ਛੇਮ। ਗੁਰੂ ਜੀ ਇੱਥੇ ਮੁਕਤੀ ਦੇਣ ਵਾਸਤੇ ਰਹਿ ਪਏ ਹਨ। ਸੈਫਦੀਨ ਦੀਰਘ ਉਰ ਪ੍ਰੇਮ। ਸੈਫਦੀਨ ਦੇ ਮਨ ਵਿੱਚ ਬਹੁਤ ਜ਼ਿਆਦਾ ਪ੍ਰੇਮ ਹੈ। ਕਰੈ ਭਾਵ ਕੋ ਨੀਤ ਨਵੀਨ। ਹਰ ਰੋਜ਼ ਮਹਾਰਾਜ ਦੇ ਨਾਲ ਨਵੀਂ ਤੋਂ ਨਵੀਂ ਭਾਵਨਾ ਦੇ ਨਾਲ, ਪ੍ਰੇਮ ਦੇ ਨਾਲ ਮਹਾਰਾਜ ਜੀ ਦੀ ਸ਼ਰਧਾ ਨਾਲ ਸੇਵਾ ਕਰਦਾ ਹੈ। ਪਰ ਚਾਹੇ ਗੁਰ ਢਿੰਗ ਰਹਿ ਪ੍ਰਵੀਨ। ਸਤਿਗੁਰਾਂ ਦੇ ਕੋਲ ਹੀ ਰਹਿੰਦਾ। ਸੈਫਦੀਨ ਬੜਾ ਸਿਆਣਾ ਮੁਸਲਮਾਨ ਹੈ ਤੇ ਸਰਕਾਰ ਵੀ ਮੁਸਲਮਾਨ ਦੀ ਹੈ, ਔਰੰਗਜ਼ੇਬ ਵੀ ਮੁਸਲਮਾਨ ਹੈ, ਸੈਫਦੀਨ ਵੀ ਮੁਸਲਮਾਨ ਹੈ, ਪਰ ਸਮੇਂ ਦੀ ਸਰਕਾਰ ਦਾ ਡਰ ਕੋਈ ਨਹੀਂ ਹੈ। ਸਤਿਗੁਰਾਂ ਦਾ ਐਸਾ ਪ੍ਰੇਮੀ ਬਣਿਆ ਹੈ। ਦੋਹਰਾ ਬਸੇ ਚੁਮਾਸਾ ਸਤਿਗੁਰੂ ਡੇਰਾ ਕੀਨ ਮੁਕਾਮ। ਸਤਿਗੁਰੂ ਇੱਥੇ ਰਹਿ ਪਏ ਨੇ। ਬਰਸਾਤੀ ਦਿਨ ਇਹ ਜਿਹੜੇ ਨੇ, ਜਾਂ ਬਹੁਤ ਜ਼ਿਆਦਾ ਇਹ ਗਰਮੀ ਵਾਲੇ ਦਿਨ ਨੇ, ਇਹਨਾਂ ਦਿਨਾਂ ਨੂੰ ਵੇਖ ਕੇ ਮਹਾਰਾਜ ਇੱਥੇ ਟਿਕੇ ਹਨ। ਸੈਫਦੀਨ ਸੇਵਾ ਕਰੈ ਨਿਤ ਪ੍ਰਤ ਆਏ ਸਲਾਮ। ਇਹ ਸੈਫਦੀਨ ਰੋਜ਼ ਸੇਵਾ ਕਰਦਾ, ਮਹਾਰਾਜ ਨੂੰ ਨਮਸਕਾਰਾਂ ਕਰਦਾ ਹੈ। ਚੌਪਈ ਸੰਗਤ ਗੁਰ ਕੀ ਠਾਨ ਹਮੇਸ਼ੂ। ਰੋਜ਼ ਆਉਂਦਾ। ਜਦੋਂ ਹੁਣ ਮਹਾਰਾਜ ਜਿੱਥੇ ਵੀ ਬੈਠਦੇ ਨਾ, ਗੁਰੂ ਤੇਗ ਬਹਾਦਰ ਪਾਤਸ਼ਾਹ, ਸਵੇਰੇ ਵੀ ਦੀਵਾਨ ਲੱਗਦਾ, ਸ਼ਾਮ ਨੂੰ ਵੀ ਦੀਵਾਨ ਸਜਦਾ। ਰਹਿਰਾਸ ਸਾਹਿਬ ਦਾ ਪਾਠ, ਗੁਰਬਾਣੀ ਦਾ ਕੀਰਤਨ ਸ਼ਾਮ ਦੇ ਦੀਵਾਨ ਵਿੱਚ ਹੁੰਦਾ। ਸਵੇਰ ਦੇ ਦੀਵਾਨ ਦੇ ਵਿੱਚ ਆਸਾ ਦੀ ਵਾਰ ਦਾ ਕੀਰਤਨ ਔਰ ਨਿਤਨੇਮ ਹੁੰਦਾ। ਫਿਰ ਸਤਿਗੁਰਾਂ ਦੇ ਬਚਨ ਬਲਾਸ ਹੁੰਦੇ, ਫਿਰ ਦੀਵਾਨ ਦੀ ਅਰਦਾਸ ਸਮਾਪਤੀ ਹੁੰਦੀ ਹੈ। ਦੋਨੇ ਟਾਈਮ ਦੀਵਾਨ ਸਜਦਾ ਮਹਾਰਾਜ ਦੇ ਕੋਲ। ਤੇ ਸੈਫਦੀਨ ਇਲਾਕੇ ਦਾ ਚੌਧਰੀ ਹੈ, ਇਲਾਕੇ ਦਾ ਇਹ ਮੁਖੀਆ ਹੈ, ਪ੍ਰਧਾਨ ਹੈ। ਰੋਜ਼ ਆਉਂਦਾ, ਮਹਾਰਾਜ ਦੀ ਸੰਗਤ ਵਿੱਚ ਬੈਠਦਾ ਹੈ। ਤਿਉ ਤਿਉ ਚਿਤ ਮੈਂ ਪ੍ਰੇਮ ਵਿਸ਼ੇਸ਼। ਜਿਵੇਂ ਜਿਵੇਂ ਮਹਾਰਾਜ ਦੇ ਕੋਲ ਬੈਠਦਾ, ਉਵੇਂ ਉਵੇਂ ਮਨ ਨੂੰ ਹੋਰ ਤੋਂ ਹੋਰ ਅੱਗੇ ਪ੍ਰੇਮ ਵੱਧਦਾ ਹੈ। ਕਬਹੂ ਲੈ ਨਿਜ ਸੰਗ ਸਿਧਾਰੈ। ਕਦੇ ਕਦੇ ਮਹਾਰਾਜ ਨੂੰ ਨਾਲ ਲੈ ਕੇ, ਚਲੋ ਮਹਾਰਾਜ ਚੱਲੀਏ, ਮੇਰੇ ਨਾਲ ਆਪ ਜੀ ਚੱਲਣਾ ਕਰੋ। ਸਦਨ ਆਪਣੇ ਜਾਏ ਬਿਠਾਰੇ। ਆਪਣੇ ਘਰ ਵਿੱਚ ਬਿਠਾ ਲੈਂਦਾ, ਕਿਉਂਕਿ ਮਹਾਰਾਜ ਦਾ ਡੇਰਾ ਬਾਹਰ ਬਾਗ ਦੇ ਵਿੱਚ ਹੈ, ਖੁੱਲੀ ਜਗ੍ਹਾ ਤੇ। ਫਿਰ ਜਦੋਂ ਇਹ ਬੇਨਤੀ ਕਰਦਾ, ਮਹਾਰਾਜ ਚਲੋ ਮੇਰੇ ਘਰ ਵਿੱਚ ਚਰਨ ਪਾਓ, ਤੇ ਸਤਿਗੁਰਾਂ ਨੂੰ ਨਾਲ ਲੈ ਕੇ ਜਾਂਦਾ ਹੈ। ਪਰਚੇ ਰਹਿ ਇਹਾਂ ਚਿਰਕਾਲਾ। ਮਨ ਵਿੱਚ ਸੋਚਦਾ ਹੈ ਵੀ ਮੈਂ ਜਿੰਨੀ ਸੇਵਾ ਕਰਾਂਗਾ, ਮਹਾਰਾਜ ਉਨਾ ਵੱਧ ਸਮਾਂ ਮੇਰੇ ਕੋਲ ਇੱਥੇ ਪ੍ਰੇਮ ਕਰਕੇ ਬੈਠੇ ਰਹਿਣਗੇ। ਜਾਂ ਤੇ ਠਾਨਤ ਯਤਨ ਵਿਸਾਲਾ। ਇਸ ਕਰਕੇ ਸਾਰੇ ਯਤਨ ਕਰਦਾ, ਉਹ ਸਾਰੀਆਂ ਕੋਸ਼ਿਸ਼ਾਂ ਇਹ ਕਰਦਾ ਜਿਹਦੇ ਕਰਕੇ ਮਹਾਰਾਜ ਮੈਨੂੰ ਛੱਡ ਕੇ ਨਾ ਜਾਣ, ਮੇਰੇ ਕੋਲ ਹੀ ਰਹਿਣ। ਸੈਫਦੀਨ ਐਸਾ ਪਿਆਰ ਕਰਦਾ ਹੈ। ਅਨੇਕ ਭਾਂਤ ਕੀ ਬਾਤ ਸੁਣਾਵੇ। ਸਤਿਗੁਰਾਂ ਨੂੰ ਅਨੇਕ ਤਰ੍ਹਾਂ ਦੀਆਂ ਗੱਲਾਂ ਬਾਤਾਂ ਸੁਣਾਉਂਦਾ ਹੈ। ਘਰ ਅੰਤਰ ਕੇ ਬਾਗ ਦਿਖਾਵੇ। ਕਦੇ ਆਪਣੇ ਘਰ ਅੰਦਰ ਲੈ ਜਾਂਦਾ, ਮਹਾਰਾਜ ਆਓ ਮੇਰੇ ਘਰ ਵਿੱਚ ਚਰਨ ਪਾਓ। ਕਦੇ ਬਾਹਰ ਬਾਗ, ਚਲੋ ਮਹਾਰਾਜ ਬਾਗ ਦੀ ਸੈਰ ਕਰਕੇ ਆਈਏ, ਕਦੇ ਬਾਗ ਵਿੱਚ ਲੈ ਜਾਂਦਾ। ਮਹਾਰਾਜ ਜੀਆਂ ਦਾ ਪੂਰਾ ਮਨ ਲਾਉਣਾ ਚਾਹੁੰਦਾ ਵੀ ਮੈਂ ਸੇਵਾ ਕਰਾਂ, ਇਹਨਾਂ ਨੂੰ ਘੁਮਾਵਾਂ, ਇਹਨਾਂ ਦੇ ਕੋਲ ਸਮਾਂ ਲਾਵਾਂ, ਤਾਂ ਕਿ ਇਹਨਾਂ ਦਾ ਮਨ ਮੇਰੇ ਕੋਲ ਲੱਗੇ, ਮੈਨੂੰ ਛੱਡ ਕੇ ਨਾ ਜਾਣਾ ਕਰਨਾ। ਬਹੁ ਫਰਸ਼ ਸੁੰਦਰ ਡਸਵਾਵੇ। ਜਿੱਥੇ ਸਤਿਗੁਰਾਂ ਨੇ ਬੈਠਣਾ ਹੁੰਦਾ, ਬੜੇ ਬੜੇ ਸੋਹਣੇ ਫਰਸ਼ ਜਿਹੜੇ ਉੱਥੇ ਵਸਾਏ ਜਾਂਦੇ ਹਨ। ਕਰ ਬੇਨਤੀ ਸਨਮਾਨ ਬਿਠਾਵੇ। ਸਤਿਗੁਰਾਂ ਨੂੰ ਬੇਨਤੀ ਕਰਕੇ ਤੇ ਬੜੇ ਸਨਮਾਨ ਦੇ ਨਾਲ ਸੋਹਣੀ ਵਿਛਾਈ ਦੇ ਉੱਪਰ, ਸੋਹਣੇ ਪਲੰਘਿਆਂ ਦੇ ਉੱਪਰ ਬਿਰਾਜਮਾਨ ਕਰਦਾ। ਚਾਰੂ ਚੌਪਰ ਅਗਰ ਵਿਛਾਵੇ। ਤੇ ਫਿਰ ਚੌਪੜ ਖੇਲਣ ਵਾਸਤੇ ਇੱਕ ਤਰ੍ਹਾਂ ਦੀ ਖੇਡ ਹੈ, ਸੁੰਦਰ ਚੌਪੜ ਅੱਗੇ ਰੱਖ ਦਿੰਦਾ ਵੀ ਚਲੋ ਇਹਨੂੰ ਖੇਡਣਾ ਕਰੋ ਜੀ। ਖੇਲਾ ਗੁਰ ਸੋ ਡਲਨ ਰੁੜਾਵੇ। ਤੇ ਇਸ ਤਰ੍ਹਾਂ
ਤਰ੍ਹਾਂ ਖੇਡਦਾ ਹੈ ਤੇ ਜਿਹੜੇ ਪਾਸੇ ਨੇ ਨਾ ਉਸ ਚੌਪੜ ਦੇ ਉਹਨਾਂ ਨੂੰ ਆਪਣੇ ਵੱਲੋਂ ਬਾਜੀ ਚੱਲਦਾ ਹੈ। ਇੱਕ ਦੋਏ ਜਾਮ ਸਦਨ ਮੈਂ ਰੱਖੇ, ਦੁਪਹਿਰ 6 ਘੰਟੇ ਦਾ ਸਮਾਂ ਸਵੇਰੇ ਲੈ ਜਾਂਦਾ ਬੇਨਤੀ ਕਰਕੇ, ਸਾਰਾ ਦਿਨ ਆਪਣੇ ਘਰ ਰੱਖਦਾ। ਜਦੋਂ ਸ਼ਾਮ ਪੈਂਦੀ ਹੈ ਨਾ 6-7 ਘੰਟੇ ਮਹਾਰਾਜ ਦੇ ਘਰ ਵਿੱਚ ਰਹਿੰਦੇ ਤੇ ਫਿਰ ਉਸ ਵੇਲੇ ਮਹਾਰਾਜ ਜੀ ਖੇਲਨ ਹਿਤ ਪੁਨ ਪੁਨ ਮੁਖ ਮਹਾਰਾਜ ਭਾਖੈ। ਨੂੰ ਵਾਰ-ਵਾਰ ਕਹਿੰਦਾ ਸਤਿਗੁਰੂ ਆਓ ਆਪਾਂ ਖੇਲੀਏ, ਚੌਪੜ ਦੀ ਖੇਡ ਖੇਲੀਏ, ਵਾਰ-ਵਾਰ ਆਖਦਾ ਹੈ। ਖਾਨ ਪਾਨ ਕੀ ਸੇਵਾ ਤੇ ਕਰੈ, ਕਦੇ ਮਹਾਰਾਜ ਵਾਸਤੇ ਪ੍ਰਸ਼ਾਦਾ ਬਣਾ ਲਿਆਉਂਦਾ, ਕਦੇ ਦੁਪਹਿਰ ਦਾ ਸਮਾਂ ਜਾਣ ਕੇ ਚੌਲ ਬਣਾ ਲਿਆਉਂਦਾ, ਕਦੇ ਮਿੱਠੇ ਪਕਵਾਨ, ਕਦੇ ਸਲੂਣੇ ਪਕਵਾਨ, ਕਈ ਤਰ੍ਹਾਂ ਦੇ ਪਦਾਰਥ। ਜਿੰਨਾ ਚਿਰ ਮਹਾਰਾਜ ਦੇ ਘਰ ਵਿੱਚ ਬੈਠੇ ਰਹਿੰਦੇ ਕੁਝ ਨਾ ਕੁਝ ਦੀ ਰਸੋਈ ਵਿੱਚੋਂ ਤਿਆਰ ਹੋ ਕੇ ਆਉਂਦਾ ਹੈ। ਸਿਰ ਵਿਖੈ ਵਸਤੂ ਸਭ ਤੇ ਧਰੈ, ਸਤਿਗੁਰਾਂ ਦਾ ਜਿੱਥੇ ਬਾਗ ਵਿੱਚ ਟਿਕਾਣਾ ਨਾ ਉੱਥੇ ਵੀ ਇਹਨੇ ਬੰਦਿਆਂ ਨੂੰ ਲਾਇਆ ਹੋਇਆ, ਘੋੜਿਆਂ ਵਾਸਤੇ ਘਾਹ ਦਾਣਾ, ਸੰਗਤਾਂ ਸਿੱਖਾਂ ਵਾਸਤੇ ਭੋਜਨ ਪ੍ਰਸ਼ਾਦਾ ਸਮੇਂ-ਸਮੇਂ ਸਿਰ ਪਹੁੰਚਦਾ ਹੈ। ਘ੍ਰਿਤ ਮਿਸ਼ਟਾਨ ਅੰਨ ਗਨ ਭਾਵੇਂ ਨੀਕੇ, ਘਿਓ ਹੈ, ਭਾਵੇਂ ਮਿੱਠਾ ਹੈ ਤੇ ਭਾਵੇਂ ਅੰਨ ਹੈ, ਆਟਾ ਹੈ, ਜਿਹੜੀ ਚੀਜ਼ ਚਾਹੀਦੀ ਹੈ, ਜਿਹੜੀ ਵਸਤੂ ਦੀ ਲੋੜ ਉਹ ਪਹੁੰਚ ਜਾਂਦੀ ਹੈ। ਅਪਰ ਆਹਾਰ ਜੇ ਭਾਵਤ ਜੀ ਕੇ, ਇਹਦੇ ਤੋਂ ਬਿਨਾ ਹੋਰ ਵੀ ਜਿਹੜੇ ਮਨ ਨੂੰ ਭਾਉਂਦੇ ਕਈ ਚੰਗੇ ਪਦਾਰਥ ਨੇ, ਜਿਹੜੇ ਖਾਣੇ ਸਵਾਦ ਲੱਗਦੇ ਉਹ ਵੀ ਭੇਜ ਦਿੰਦਾ ਹੈ। ਦੁਗਧ ਦਧੀ ਤੇ ਆਦਿਕ ਜੇ, ਤੇ ਦੁੱਧ ਤੋਂ ਬਣੇ ਪਦਾਰਥ, ਦਹੀਂ ਇਤਿਆਦਿਕ, ਖੀਰ, ਹੋਰ ਜਿਹੜੇ ਪਦਾਰਥ ਦੁੱਧ ਤੋਂ ਬਣ ਜਾਂਦੇ, ਪਨੀਰ ਵਗੈਰਾ, ਇਹੋ ਜਿਹੀਆਂ ਵਸਤੂਆਂ ਬਣਾ ਕੇ ਮਹਾਰਾਜ ਨੂੰ ਛਕਾਉਂਦਾ ਹੈ। ਹਿੰਦੁਨ ਤੇ ਪਹੁੰਚਾਵਤ ਤੇ, ਤੇ ਪਹੁੰਚਾਉਂਦਾ ਹੈ। ਆਪਣੇ ਸੇਵਾਦਾਰ ਕੁਝ ਨੌਕਰ ਇਸ ਨੇ ਹਿੰਦੂ ਰੱਖੇ ਹੋਏ। ਇਹਦੇ ਮਨ ਦੀ ਸੋਚ ਇਹ ਹੈ ਵੀ ਮੈਂ ਮੁਸਲਮਾਨ ਹਾਂ, ਹੋ ਸਕਦਾ ਮੇਰੇ ਹੱਥੋਂ ਕੋਈ ਸਿੱਖ ਨਾ ਛਕਣ ਜਾਂ ਕੋਈ ਦੂਜੇ ਬੰਦੇ ਮੇਰੇ ਤੋਂ ਥੋੜ੍ਹੀ ਗਲਾਨ ਕਰਨਗੇ ਵੀ ਮੈਂ ਮੁਸਲਮਾਨ ਹਾਂ। ਕੋਈ ਕਿਸੇ ਦੇ ਮਨ ਵਿੱਚ ਇਹ ਗੱਲ ਨਾ ਆਵੇ। ਇਹਨੇ ਕੁਝ ਨੌਕਰ ਹਿੰਦੂ ਵੀ ਰੱਖੇ ਹੋਏ, ਉਹਨਾਂ ਦੇ ਹੱਥ ਉਹਨਾਂ ਦੇ ਰਾਹੀਂ ਪਹੁੰਚਾਉਂਦਾ ਵੀ ਤੁਸੀਂ ਦੇ ਕੇ ਆਉਣਾ ਕਰੋ। ਚਹੀਅਤ ਵਸਤ ਸਿਵਰ ਮੈਂ ਜੋਏ, ਜਿਹੜੀ ਵਸਤੂ ਮਹਾਰਾਜ ਨੂੰ ਚਾਹੀਦੀ ਹੈ। ਨਿਜ ਬੁੱਧ ਤੇ ਭੇਜੈ ਤੈਸੋਏ, ਆਪਣੀ ਬੁੱਧੀ ਨਾਲ, ਬੜੀ ਸਿਆਣਪ ਨਾਲ ਮਹਾਰਾਜ ਨੂੰ ਭੇਜਦਾ ਹੈ। ਫਲ ਰਸਾਲ ਕੇ ਸਵਾਦਲ ਜੀਤੇ, ਜਦੋਂ ਮੌਸਮ ਦੇ ਮੁਤਾਬਕ ਜਿਹੜੇ ਸਵਾਦ ਵਾਲੇ ਫਲ ਨੇ ਨਾ, ਰਸ ਵਾਲੇ, ਮਹਾਰਾਜ ਦੇ ਛਕਣ ਵਾਸਤੇ ਸਮੇਂ-ਸਮੇਂ ਤੇ ਫਲ ਭੇਜਦਾ ਹੈ। ਬੀਨ ਬੀਨ ਕਰ ਪਠਾਵੇ ਤੇ ਬੜੇ ਚੁਣ ਕੇ ਪੱਕੇ ਫਲ ਚੰਗੀਆਂ ਥਾਵਾਂ ਤੋਂ ਚੁਣ ਕੇ ਵੇਖ ਕੇ ਸਤਿਗੁਰਾਂ ਦੇ ਵਾਸਤੇ ਭੇਜਦਾ ਹੈ। ਦੂਰ ਦੂਰ ਤੇ ਕਰੈ ਮੰਗਾਵਨ, ਤੇ ਜੇ ਆਪਣੀ ਮੰਡੀ ਵਿੱਚੋਂ, ਆਪਣੇ ਇਲਾਕੇ ਵਿੱਚੋਂ ਨਹੀਂ ਮਿਲਦੇ ਤੇ ਆਪਣੇ ਨੌਕਰਾਂ ਨੂੰ ਭੇਜਦਾ, ਜਾਓ ਦੂਜੇ ਸ਼ਹਿਰ ਵਿੱਚੋਂ, ਦੂਜੇ ਇਲਾਕੇ ਵਿੱਚੋਂ ਫਲਾਣਾ ਫਲ ਬੜਾ ਸਵਾਦ ਹੈ, ਜਾਓ ਲੈ ਕੇ ਆਓ, ਮਹਾਰਾਜ ਨੂੰ ਛਕਾਵਾਂਗੇ। ਇਸ ਤਰ੍ਹਾਂ ਸੈਫਦੀਨ ਦੂਜੇ ਇਲਾਕਿਆਂ ਵਿੱਚੋਂ ਫਲ ਮੰਗਾਉਂਦਾ ਹੈ। ਦੇਖ ਦੇਖ ਕਰ ਜੇ ਮਨ ਭਾਵਨ, ਤੇ ਵੇਖ ਕੇ ਆਪ ਹੱਥਾਂ ਨਾਲ ਵੀ ਆਹ ਫਲ ਸਵਾਦ ਹੋਵੇਗਾ, ਆਹ ਪੱਕਾ ਹੈ, ਆਹ ਕੱਚਾ ਨਹੀਂ ਹੈ, ਆਹ ਗਲਿਆ ਨਹੀਂ ਹੈ, ਚੰਗੀ ਤਰ੍ਹਾਂ ਟੋਹ ਕੇ ਵੇਖ ਕੇ ਫਿਰ ਸਤਿਗੁਰਾਂ ਦੇ ਸਾਹਮਣੇ ਕਰਦਾ ਹੈ। ਜਾਮਨ ਫਲ ਆਰੂ ਅਰ ਖਿਰਨੀ, ਕਿਹੜੇ ਫਲ ਨੇ? ਜਾਮਨੂ ਜਿਹੜਾ ਹੈ ਨਾ, ਜਾਮਨ ਦਾ ਫਲ ਬਰਸਾਤ ਵਿੱਚ ਹੀ ਹੁੰਦਾ ਹੈ ਨਾ। ਜਾਮਨੂ ਦੇ ਫਲ ਮਹਾਰਾਜ ਦੇ ਛਕਣ ਵਾਸਤੇ ਜਾਮਨ ਦੇ ਬੂਟੇ ਨਾਲੋਂ ਸੋਹਣੇ ਜਾਮਨ ਉਤਾਰ ਕੇ ਨੌਕਰਾਂ ਨੂੰ ਲਾ ਕੇ ਭਾਂਡੇ ਭਰ ਕੇ ਜਾਮਨ ਦੇ ਮਹਾਰਾਜ ਦੇ ਸਾਹਮਣੇ ਲਿਆਉਂਦਾ। ਆੜੂ ਦਾ ਫਲ ਜਿਹੜਾ ਬਰਸਾਤ ਵਿੱਚ ਹੁੰਦਾ ਉਹ ਛਕਣ ਵਾਸਤੇ ਲਾਲ ਮਿੱਠੇ ਆੜੂ ਜਿਹੜੇ ਨੇ ਭੇਟ ਕੀਤੇ ਜਾਂਦੇ। ਖਿਰਣੀ ਇਤਿਆਦਿਕ ਜਿਹੜੇ ਫਲ ਨੇ ਉਹ ਦਿੱਤੇ ਜਾਂਦੇ ਹਨ। ਜੇ ਲਗਵਾਏ ਰੱਖੇ ਨਿਜ ਧਰਨੀ, ਇਹਨੇ ਆਪਣੇ ਬਾਗ ਵਿੱਚ ਲਵਾਏ ਸਨ ਬੂਟੇ ਆੜੂ ਦੇ, ਅਮਰੂਦ ਦੇ, ਇਸੇ ਤਰ੍ਹਾਂ ਜਾਮਨ ਵਗੈਰਾ ਦੇ, ਉੱਥੋਂ ਉਤਾਰ ਕੇ ਤਾਜ਼ੇ ਫਲ ਛਕਾਉਂਦਾ ਹੈ। ਦਾਰਮ ਦੀਰਗ ਜਾਣੇ ਦਾਨੇ ਜੋਏ, ਇਸੇ ਤਰ੍ਹਾਂ ਦਾਰਮ ਕਹਿੰਦੇ ਅਨਾਰ ਦਾ ਫਲ ਜਿਹੜਾ ਨਾ, ਜਿਹਦੇ ਵਿੱਚ ਮੋਟੇ ਦਾਣੇ ਹੋਣ, ਐਸੇ ਮੋਟੇ ਦਾਣਿਆਂ ਵਾਲੇ ਅਨਾਰ ਤੋੜ ਕੇ ਉਹਨਾਂ ਵਿੱਚੋਂ ਦਾਣੇ ਕੱਢ ਕੇ ਭਾਂਡਿਆਂ ਵਿੱਚ ਪਾਉਂਦਾ ਹੈ ਤੇ ਉਹ ਭਰੇ ਹੋਏ ਭਾਂਡੇ ਦਾਣਿਆਂ ਦੇ ਮਹਾਰਾਜ ਦੇ ਅੱਗੇ ਟਿਕਾਉਂਦਾ। ਮਹਾਰਾਜ ਅਨਾਰ ਦਾ ਫਲ ਖਾਣਾ ਕਰੋ। ਕਰ ਕਰ ਪ੍ਰੇਮ ਪਠਾਵੇ ਸੋਏ, ਬੜੀ ਭਾਵਨਾ ਨਾਲ ਇਹ ਭੇਜ ਰਿਹਾ ਹੈ। ਇਤਿਆਦਕ ਸੇਵਾ ਕੋ ਠਾਨ, ਇਹ ਸੇਵਾ ਕਰਦਾ ਪਿਆ ਸੈਫਦੀਨ, ਇਹ ਰੋਜ਼ ਦੀ ਸੇਵਾ ਹੈ। ਮਹਾਰਾਜ ਦੇ ਕੋਲ 2-3 ਮਹੀਨੇ ਰਹੇ ਨੇ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਸੈਫਾਬਾਦ ਨਗਰ ਦੇ ਵਿੱਚ। ਮਹਾਰਾਜ ਇੱਥੇ ਟਿਕੇ ਹਨ। ਜਨਮ ਸੁਧਾਰਿਓ ਆਪਨ ਮਹਾਨ, ਆਪਣਾ ਜਨਮ ਇਸ ਨੇ ਸੁਧਾਰਿਆ ਬੇਨਤੀ ਕਰਕੇ। ਇਹ ਤੁਰੰਗਨ ਕੋ ਤ੍ਰਿਣ ਦਾਨਾ, ਸਤਿਗੁਰਾਂ ਦੇ ਘੋੜਿਆਂ ਵਾਸਤੇ ਦਾਣਾ ਅਤੇ ਘਾਹ ਵੀ ਭੇਟ ਕਰਦਾ ਹੈ। ਭਏ ਪੁਸ਼ਟ ਠਾਡੇ ਤਿਸ ਥਾਨੋ, ਇੱਥੇ ਰਹਿ ਕੇ ਘੋੜੇ ਮੋਟੇ ਤਾਜ਼ੇ ਹੋ ਗਏ, ਚੰਗਾ ਇਹਨਾਂ ਨੂੰ ਪਦਾਰਥ ਛਕਣ ਵਾਸਤੇ ਮਿਲਿਆ ਹੈ। ਇਮ ਸਾਵਨ ਭਾਦੋਂ ਦੋਏ ਮਾਸ, ਇਸ ਤਰ੍ਹਾਂ ਮਹਾਰਾਜ ਜੀ ਸਾਉਣ ਤੇ ਭਾਦਰੋਂ ਦਾ ਮਹੀਨਾ ਇੱਥੇ ਟਿਕੇ ਨੇ। ਦੁੱਖ ਨਿਵਾਰਨ ਗੁਰਦੁਆਰਾ ਸਾਹਿਬ ਜਿਹੜਾ ਹੈ ਨਾ, ਇਸ ਇਲਾਕੇ ਦੇ ਵਿੱਚ ਮਹਾਰਾਜ ਵਿਚਰਦੇ ਪਏ। ਫਿਰ ਸਤਿਗੁਰਾਂ ਨੂੰ ਇੱਥੇ ਬੇਨਤੀ ਕਰਕੇ ਇੱਕ ਸੇਠ ਨੇ ਬੇਨਤੀ ਕੀਤੀ, ਮਹਾਰਾਜ ਸਾਡੇ ਇਲਾਕੇ ਵਿੱਚ ਪਾਣੀ ਨਹੀਂ ਹੈ ਤੇ ਬੜੀ ਇੱਥੇ ਪਾਣੀ ਦੀ ਦਿੱਕਤ ਹੈ, ਬੜਾ ਔਖਾ ਸਮਾਂ ਹੈ
ਤੇ ਸਤਿਗੁਰੂ ਪਾਤਸ਼ਾਹ ਮਹਾਰਾਜ ਜੀਆਂ ਨੇ ਫਿਰ ਉੱਥੇ ਪਾਣੀ ਜਿਹੜਾ ਸੀ ਬਚਨਾਂ ਦੇ ਨਾਲ ਇਹਨਾਂ ਲੋਕਾਂ ਨੂੰ ਦਿੱਤਾ। ਬੇਨਤੀ ਕੀਤੀ ਜਿਹੜਾ ਇਸ ਸਰੋਵਰ ਵਿੱਚ ਇਸ਼ਨਾਨ ਕਰੇਗਾ ਨਾ, ਉਹਦੀਆਂ ਤਮਾਮ ਬਿਮਾਰੀਆਂ ਦੁੱਖ ਜਿਹੜੇ ਨੇ ਭਾਵਨਾ ਨਾਲ ਸ਼ਰਧਾ ਨਾਲ ਇਸ਼ਨਾਨ ਕਰਨ ਵਾਲੇ ਦੇ, ਬਾਣੀ ਪੜ੍ਹਨ ਵਾਲੇ ਦੇ, ਉਹ ਦੂਰ ਹੋ ਜਾਣਗੇ। ਇਹ ਸਤਿਗੁਰਾਂ ਨੇ ਆਪ ਇੱਥੇ ਚਰਨਾਂ ਨਾਲ ਨਿਵਾਜਿਆ। ਆਪਣੇ ਗੁਰਦੁਆਰਾ ਸਾਹਿਬ ਹੁਕਮਨਾਮਾ ਜਿਹੜਾ ਇੱਥੇ ਆਪਾਂ ਕੰਧ ਦੇ ਨਾਲ ਲਾਇਆ, ਉਸੇ ਸਥਾਨ ਦਾ ਇਹ ਇਤਿਹਾਸ ਹੈ। ਮਹਾਰਾਜ ਨੇ ਉੱਥੇ ਬਚਨ ਕੀਤੇ ਸਨ ਅਤੇ ਇਹ ਮਹਾਰਾਜ ਦਾ ਹੁਕਮਨਾਮਾ ਵੀ ਉੱਥੇ ਬਚਨ ਹਨ। ਜਿਹੜਾ ਇੱਥੇ ਆ ਕੇ ਇਸ਼ਨਾਨ ਕਰੇਗਾ ਭਾਵਨਾ ਨਾਲ, ਤਾਂ ਹੀ ਉਹਦਾ ਨਾਮ ਦੁੱਖ ਨਿਵਾਰਨ ਹੈ, ਦੁੱਖਾਂ ਨੂੰ ਨਿਵਾਰਨ ਵਾਲਾ ਸਥਾਨ। ਗੁਰੂ ਤੇਗ ਬਹਾਦਰ ਪਾਤਸ਼ਾਹ ਨੇ ਇੱਥੇ ਸਿੱਖਾਂ ਸੇਵਕਾਂ ਦੀ ਬੇਨਤੀ ਦੇ ਨਾਲ ਚਰਨ ਪਾਏ ਨੇ। ਸੋ ਐਸਾ ਸਥਾਨ ਮਹਾਰਾਜ ਜੀਆਂ ਦਾ। ਇਸ ਸੈਫਾਬਾਦ ਦੇ ਵਿੱਚ ਮਹਾਰਾਜ ਜੀ 2 ਮਹੀਨੇ, ਸਾਵਣ ਦਾ ਮਹੀਨਾ ਤੇ ਭਾਦਰੋਂ ਦਾ ਮਹੀਨਾ, ਬਰਸਾਤੀ ਦਿਨ ਨੇ, ਔੜ ਵਾਲੇ, ਗਰਮੀ ਵਾਲੇ, ਇੱਥੇ ਮਹਾਰਾਜ ਨੇ ਬਤੀਤ ਕੀਤੇ ਹਨ। ਕਰੇ ਬਿਤਾਵਨ ਸਤਿਗੁਰ ਬਾਸ, ਸਤਿਗੁਰਾਂ ਨੇ ਇੱਥੇ ਵਸ ਕੇ ਬਤੀਤ ਕੀਤੇ ਹਨ। ਮਾਸ ਅਸੌਜ ਆਏ ਪੁਨ ਗਏ, ਭਾਦਰੋਂ ਤੋਂ ਬਾਅਦ ਵਿੱਚ ਅਸੂ ਦਾ ਮਹੀਨਾ ਜਿਸ ਵੇਲੇ ਆਇਆ ਹੈ, ਅਬ ਰੰਗ ਇੱਕ ਦਿਨ ਬੈਠਤ ਭਇਓ। ਇਧਰੋਂ ਸਤਿਗੁਰੂ ਤੇ ਇੱਥੇ ਬੈਠੇ ਨੇ। ਮਹਾਰਾਜ ਨੂੰ ਕੋਈ ਡਰ ਨਹੀਂ ਹੈ ਔਰੰਗੇ ਦਾ ਵੀ ਔਰੰਗਾ ਕੀ ਆਖਦਾ ਜਾਂ ਕੀ ਕਰੇਗਾ। ਸਤਿਗੁਰੂ ਤੇ ਭਾਵਨਾ ਵੇਖ ਕੇ ਬੈਠ ਗਏ ਸੈਫਦੀਨ ਦੀ। ਹੁਣ ਦਿੱਲੀ ਦੇ ਵਿੱਚ ਔਰੰਗਜ਼ੇਬ ਦੀ ਕਚਹਿਰੀ ਲੱਗੀ ਹੈ। ਔਰੰਗਜ਼ੇਬ ਨੂੰ ਚੇਤੇ ਆਇਆ ਵੀ ਮੈਂ ਤੇ ਸੁਨੇਹਾ ਭੇਜਿਆ ਸੀ ਗੁਰੂ ਤੇਗ ਬਹਾਦਰ ਪਾਤਸ਼ਾਹ ਨੂੰ ਮੰਗਾਉਣ ਵਾਸਤੇ। 2 ਮਹੀਨੇ ਹੋ ਗਏ ਨੇ, ਅਜੇ ਤੱਕ ਮਹਾਰਾਜ ਆਏ ਕਿਉਂ ਨਹੀਂ। ਕਹਿਣ ਲੱਗੇ ਇੱਕ ਦਿਨ ਕਚਹਿਰੀ ਦੇ ਵਿੱਚ ਚਲਿਓ ਪ੍ਰਸੰਗ ਗੁਰੂ ਕੋ ਤਹਾਂ, ਪ੍ਰਸੰਗ ਚੱਲ ਪਿਆ, ਗੱਲ ਚੱਲ ਪਈ। ਕਿਸੇ ਵਜ਼ੀਰ ਨੇ ਜਾਣ ਬੁੱਝ ਕੇ ਗੱਲ ਛੇੜ ਦਿੱਤੀ ਵੀ ਆਪਾਂ ਗੁਰੂ ਤੇਗ ਬਹਾਦਰ ਪਾਤਸ਼ਾਹ ਨੂੰ ਸੁਨੇਹਾ ਭੇਜਿਆ ਤੇ ਮਹਾਰਾਜ ਆਏ ਕਿਉਂ ਨਹੀਂ ਹਨ। ਅਬ ਲੋ ਨਹਿ ਆਏ ਰਹਿ ਅਜੇ ਕਹਾਂ, ਤੱਕ ਆਏ ਕਿਉਂ ਨਹੀਂ। ਹੁਣ ਤੱਕ ਤੇ ਪਹੁੰਚ ਜਾਣੇ ਚਾਹੀਦੇ ਹਨ। ਉਨ ਅਹਦੀ ਦਵੈ ਕੀਨੇ ਤਿਆਰੀ। ਬਾਦਸ਼ਾਹ ਔਰੰਗਜ਼ੇਬ ਦੇ ਵਜ਼ੀਰ ਨੇ 2 ਬੰਦੇ ਫਿਰ ਤਿਆਰ ਕੀਤੇ। ਆਪਾਂ ਪਿਛਲੇ ਦੀਵਾਨ ਵਿੱਚ ਇਤਿਹਾਸ ਸਰਵਣ ਕੀਤਾ ਸੀ ਵੀ 2 ਅਹਿਦੀਏ ਆਏ ਸਨ ਪਲੰਘਾਂ ਤੇ ਚੜ੍ਹ ਕੇ। ਨੰਬਰਦਾਰ ਉਹਨਾਂ ਦੇ ਪਲੰਘੇ ਚੁੱਕਦੇ ਸਨ ਤੇ ਉਹ ਸੁਨੇਹਾ ਲੈ ਕੇ ਆਉਂਦੇ, ਖਾਂਦੇ ਪੀਂਦੇ ਆਉਂਦੇ, ਰਸਤੇ ਵਿੱਚ ਖਾਂਦੇ ਪੀਂਦੇ ਜਾਂਦੇ। ਹੁਣ 2 ਮਹੀਨਿਆਂ ਬਾਅਦ ਔਰੰਗਜ਼ੇਬ ਨੇ ਫਿਰ 2 ਬੰਦੇ ਤਿਆਰ ਕੀਤੇ ਵਜ਼ੀਰ, ਜਿਨ੍ਹਾਂ ਨੂੰ ਅਹਿਦੀਏ ਆਖਿਆ ਜਾਂਦਾ, ਸੁਨੇਹਾ ਲੈ ਕੇ ਆਉਣ ਵਾਲੇ। ਕਹਿਣ ਲੱਗੇ 2 ਬੰਦੇ ਫਿਰ ਸੁਨੇਹੇ ਵਾਸਤੇ ਤਿਆਰ ਹੋਏ ਹਨ। ਕਰਤਾ ਗੀਤ ਵਿਸਾਲ ਉਚਾਰੀ, ਉਹਨਾਂ ਨੂੰ ਤਗੀਦ ਕੀਤੀ। ਤਗੀਦ ਤੋਂ ਭਾਵ ਹੁੰਦਾ ਪਕਿਆਈ। ਚੰਗੀ ਤਰ੍ਹਾਂ ਉਹਨਾਂ ਨੂੰ ਸਿਖਾ ਕੇ, ਪਕਿਆ ਕੇ ਚੰਗੀ ਤਰ੍ਹਾਂ ਵੀ ਤੁਹਾਨੂੰ ਜਿਹੜੀਆਂ ਗੱਲਾਂ ਕਵਾਂਗੇ ਉਹੀ ਕਰਨੀਆਂ ਨੇ। ਜਿਹੜਾ ਅਸੀਂ ਕੰਮ ਤੁਹਾਨੂੰ ਕਵਾਂਗੇ ਉਹ ਤੁਸੀਂ ਕਰਕੇ ਆਉਣਾ। ਇਸ ਤਰ੍ਹਾਂ 2 ਵਜ਼ੀਰਾਂ ਨੂੰ ਚੰਗੀ ਤਰ੍ਹਾਂ ਪੱਕੀ ਕਰਕੇ ਆਪਣੇ ਸੰਗ ਜਾਏ ਕਰ ਅਨ। ਕੀ ਆਖਿਆ ਉਹਨਾਂ ਨੂੰ? ਇਹ ਗੱਲ ਆਖੀ ਵੀ ਤੁਸੀਂ ਹੁਣ ਸੁਨੇਹਾ ਲੈ ਕੇ ਨਹੀਂ ਜਾਣਾ, ਤੁਸੀਂ ਹੁਣ ਗੁਰੂ ਨੂੰ ਨਾਲ ਹੀ ਲੈ ਕੇ ਆਉਣਾ। ਜੇ ਮਹਾਰਾਜ ਆਖਣਗੇ ਨਾ ਵੀ ਅਸੀਂ ਆਪੇ ਆ ਜਾਂਦੇ, ਤੁਸੀਂ ਇਹ ਗੱਲ ਨਹੀਂ ਮੰਨਣੀ। ਔਰੰਗਜ਼ੇਬ ਦੇ ਵਜ਼ੀਰ ਕਹਿੰਦੇ ਪਏ ਉਹਨਾਂ ਸਿਪਾਹੀਆਂ 2 ਬੰਦਿਆਂ ਨੂੰ ਜਿਹੜੇ ਆ ਰਹੇ ਨੇ ਫਿਰ ਦੁਬਾਰਾ ਵੀ ਹੁਣ ਤੁਸੀਂ ਗੱਲ ਸੁਣ ਕੇ ਨਹੀਂ ਆਉਣਾ, ਹੁਣ ਤੁਸੀਂ ਮਹਾਰਾਜ ਨੂੰ ਨਾਲ ਹੀ ਲੈ ਕੇ ਆਉਣਾ। ਜੇ ਉਹ ਕਹਿਣਗੇ ਵੀ ਅਸੀਂ ਆ ਜਾਵਾਂਗੇ, ਤੁਸੀਂ ਇਹ ਗੱਲ ਨਹੀਂ ਮੰਨਣੀ, ਤੁਸੀਂ ਕਹਿਣਾ ਵੀ ਨਹੀਂ ਅਸੀਂ ਤੇ ਨਾਲ ਹੀ ਲੈ ਕੇ ਚੱਲਾਂਗੇ। ਇਸ ਵਾਰੀ ਪੱਕਿਆਂ ਕਰਕੇ ਬੜਾ ਸਿਖਾ ਕੇ ਭੇਜਿਆ ਵੀ ਸਤਿਗੁਰਾਂ ਨੂੰ ਛੱਡ ਕੇ ਨਹੀਂ ਆਉਣਾ ਹੈ। ਅਪਰ ਫਰੇਬ ਕਰੈ ਨ ਮਾਨੂ। ਸਤਿਗੁਰੂ ਪਾਤਸ਼ਾਹ ਫਰੇਬ ਤੋਂ ਭਾਵ ਹੁੰਦਾ ਧੋਖਾ ਕਰਨਾ, ਛਲ ਕਰਨਾ। ਹੁਣ ਔਰੰਗਜ਼ੇਬ ਦੇ ਬੰਦਿਆਂ ਦੇ ਮੁਤਾਬਕ ਇਹ ਆ ਵੀ ਮਹਾਰਾਜ ਛਲ ਕਰਦੇ, ਧੋਖਾ ਦਿੰਦੇ ਪਏ, ਐਵੇਂ ਟਾਈਮ ਕੱਢਦੇ ਪਏ। ਪਰ ਮਹਾਰਾਜ ਧੋਖਾ ਥੋੜ੍ਹੀ ਕਰਦੇ ਪਏ। ਮਹਾਰਾਜ ਤੇ ਜਾਣ ਬੁੱਝ ਕੇ ਨਹੀਂ, ਸੰਗਤਾਂ ਦੀ ਭਾਵਨਾ ਵੀ ਪੂਰੀ ਕਰਨੀ ਔਰ ਸਮਾਂ ਵੀ ਉਹ ਲੈ ਕੇ ਆਉਣਾ ਜਿਹੜੇ ਸਮੇਂ ਨੂੰ ਮਹਾਰਾਜ ਨੇ ਜਿਹੜਾ ਭਾਣਾ ਸਾਕਾ ਵਰਤਾਉਣਾ। ਪਰ ਇਹ ਔਰੰਗਜ਼ੇਬ ਕਹਿ ਰਿਹਾ ਆਪਣੇ ਵਜ਼ੀਰਾਂ ਨੂੰ, ਕਹਿਣ ਲੱਗਾ ਮਹਾਰਾਜ ਕਿਸੇ ਤਰ੍ਹਾਂ ਦਾ ਕੋਈ ਫਰੇਬ ਕਰਨ, ਕੋਈ ਛਲ ਕਰਨ, ਤੁਸੀਂ ਮੰਨਣਾ ਨਹੀਂ। ਤੁਸੀਂ ਬਿਲਕੁਲ ਸਾਵਧਾਨ ਹੋ ਕੇ ਮਹਾਰਾਜ ਨੂੰ ਨਾਲ ਹੀ ਲਿਆਉਣਾ ਹੈ। 3 ਬਿਨ ਅਟਕ ਰਹੇ ਉੱਬਟ ਕਾਜਾ। ਉਹਨਾਂ ਤੋਂ ਬਿਨਾ ਮੇਰਾ ਤੇ ਇੱਥੇ ਕੰਮ ਹੀ ਬੜਾ ਖਲੋ ਗਿਆ ਹੈ। ਤੁਸੀਂ ਮਹਾਰਾਜ ਨੂੰ ਜਾ ਕੇ ਆਖਣਾ ਵੀ ਮਹਾਰਾਜ ਜਿੰਨਾ ਚਿਰ ਤੁਸੀਂ ਨਹੀਂ ਨਾ ਦਿੱਲੀ ਜਾਂਦੇ ਤੇ ਬਾਦਸ਼ਾਹ ਔਰੰਗਜ਼ੇਬ ਦੇ ਤੇ ਕੰਮ ਹੀ ਸਾਰੇ ਖੜ ਗਏ ਨੇ, ਤੁਹਾਡੇ ਬਿਨਾ ਤੇ ਚੱਲਦੇ ਨਹੀਂ ਹਨ। ਜਨ ਹਿੰਦੂਨ ਕੋ ਦਿੜ ਦਰਵਾਜ਼ਾ। ਕਿਉਂਕਿ ਸਤਿਗੁਰੂ ਪਾਤਸ਼ਾਹ ਤੇ ਹਿੰਦੂਆਂ ਦਾ ਦਰਵਾਜ਼ਾ ਨੇ, ਓਟ ਆਸਰਾ ਨੇ ਹਿੰਦੂਆਂ ਨੂੰ ਬਚਾਉਣ ਵਾਸਤੇ। ਕਿਉਂਕਿ ਕਸ਼ਮੀਰੀ ਪੰਡਤਾਂ ਨੇ ਕਹਿ ਦਿੱਤਾ ਨਾ ਵੀ ਜੇ ਗੁਰੂ ਤੇਗ ਬਹਾਦਰ ਪਾਤਸ਼ਾਹ ਮੁਸਲਮਾਨ ਬਣ ਜਾਣ ਤੇ ਅਸੀਂ ਵੀ ਬਣ ਜਾਵਾਂਗੇ। ਹੁਣ ਇਹਨਾਂ ਸਾਰਿਆਂ ਦਾ ਧਿਆਨ ਗੁਰੂ ਤੇਗ ਬਹਾਦਰ ਮਹਾਰਾਜ ਵੱਲ ਹੈ ਕਿ ਮਹਾਰਾਜ ਛੇਤੀ ਛੇਤੀ ਮੁਸਲਮਾਨ ਬਣ ਜਾਣ ਤੇ ਅਸੀਂ ਬਾਕੀਆਂ ਨੂੰ ਬਣਾਈਏ। ਇਸ ਕਰਕੇ ਮਹਾਰਾਜ ਇਸ ਵੇਲੇ ਉਹਨਾਂ ਹਿੰਦੂਆਂ ਦਾ ਦਰਵਾਜ਼ਾ ਬਣੇ, ਸਹਾਰਾ ਬਣੇ ਹੋਏ ਹਨ। ਆਪਣੀ ਅਜ਼ਮਤ ਮੋਹਿ ਦਿਖਾਵੇ। ਸਤਿਗੁਰੂ ਇੱਥੇ ਆਉਣ ਤੇ ਮੈਨੂੰ ਆ ਕੇ ਕਰਾਮਾਤ ਵਿਖਾਉਣ। ਬਾਦਸ਼ਾਹ ਔਰੰਗਜ਼ੇਬ ਕਰਾਮਾਤ ਵੇਖਣੀ ਚਾਹੁੰਦਾ ਹੈ। ਨਾ ਤੁਰ ਸ਼ਰਾ ਵਿੱਚ ਜੇ ਸਤਿਗੁਰਾਂ ਨੇ ਕਰਾਮਾਤ ਨਾ ਵਿਖਾਈ ਤੇ ਫਿਰ ਉਹਨਾਂ ਨੂੰ ਇਸਲਾਮ ਕਬੂਲ ਕਰਨਾ ਪਵੇਗਾ। ਗੱਲਾਂ 2 ਨੇ,
ਜਾਂ ਤਾਂ ਮੈਨੂੰ ਕਰਾਮਾਤ ਵਿਖਾਉਣ ਇੱਥੇ ਆ ਕੇ, ਜੋ ਮੈਂ ਕਹਾਂ ਮੈਨੂੰ ਵਿਖਾ ਦੇਣ, ਅਤੇ ਜਾਂ ਫਿਰ ਮੁਸਲਮਾਨ ਬਣਨ ਵਾਸਤੇ ਤਿਆਰ ਹੋ ਜਾਣ। ਕਰਾਮਾਤਾਂ ਵਿਖਾਉਣੀਆਂ, ਜਾਦੂ ਦੇ ਖੇਲ ਵਿਖਾਉਣੇ ਆਮ ਲੋਕਾਂ ਦੀ ਗੱਲ ਹੈ। ਰੱਬ ਦੇ ਭਗਤ ਜਿਹੜੇ ਪਰਮੇਸ਼ਰ ਦੇ, ਉਹ ਕਰਾਮਾਤ ਵਿਖਾਉਂਦੇ ਨਹੀਂ। ਮਹਾਰਾਜ ਦੇ ਆਪਣੇ ਬਚਨ ਨੇ, ਨਾਟਕ ਚੇਟਕ ਕੀਏ ਕੁਕਾਜਾ, ਪ੍ਰਭ ਲੋਗਨ ਕਹਿ ਆਵਤ ਲਾਜਾ। ਇਹ ਜਿਹੜੇ ਨਾਟਕ ਕਰਕੇ ਵਿਖਾਉਣੇ ਨਾ, ਚੇਟਕ ਡਰਾਮੇ ਕਰਕੇ ਵਿਖਾਉਣੇ, ਜਾਦੂ ਕਰਕੇ ਵਿਖਾਉਣੇ, ਰੱਬ ਦੇ ਭਗਤ ਇਸ ਗੱਲ ਤੋਂ ਸ਼ਰਮ ਮੰਨਦੇ ਨੇ। ਉਹ ਨਹੀਂ ਚਾਹੁੰਦੇ ਵੀ ਇਹ ਕੰਮ ਹੋਵੇ, ਕਰਾਮਾਤ ਨਹੀਂ ਵਿਖਾਉਂਦੇ। ਉਹ ਤਾਂ ਕਹਿੰਦੇ ਨੇ ਵੀ ਸ਼ਰੇਆਮ ਕਰਾਮਾਤ ਵਰਤਦੀ ਪਈ ਹੈ, ਸਾਹਮਣੇ ਵਰਤਦੀ ਪਈ ਹੈ, ਵੇਖਣ ਵਾਲਾ ਹੋਣਾ ਚਾਹੀਦਾ। 10ਵੇਂ ਪਾਤਸ਼ਾਹ ਨੂੰ ਵੀ ਕਿਸੇ ਨੇ ਸਵਾਲ ਕੀਤਾ ਸੀ ਆ ਕੇ, ਕਿਸੇ ਬੰਦੇ ਨੇ ਕਹਿਣ ਲੱਗਾ ਮਹਾਰਾਜ ਕਰਾਮਾਤ ਵਿਖਾ ਦਿਓ, ਅਤੇ ਸਤਿਗੁਰੂ ਪਾਤਸ਼ਾਹ ਕਹਿਣ ਲੱਗੇ ਕਰਾਮਾਤ ਵਿਖਾਉਣੀ ਕੀ ਹੈ, ਕਰਾਮਾਤ ਸਾਹਮਣੇ ਹੀ ਹੈ। ਕਹਿਣ ਲੱਗਾ ਮਹਾਰਾਜ ਮੈਨੂੰ ਤਾਂ ਦੀਦੀ ਨਹੀਂ। ਅਤੇ ਸਤਿਗੁਰੂ ਪਾਤਸ਼ਾਹ ਕਹਿੰਦੇ ਰੱਬ ਦੀ ਵੱਡੀ ਕਰਾਮਾਤ ਦੇਸ਼ ਦਾ ਬਾਦਸ਼ਾਹ ਹੁੰਦਾ, ਜਿਹੜਾ ਤਖਤ 'ਤੇ ਬੈਠਾ। ਬਾਦਸ਼ਾਹ ਚਾਹਵੇ ਕਿਸੇ ਦੇ ਖੇਤ, ਕਿਸੇ ਦੀ ਜ਼ਮੀਨ, ਕਿਸੇ ਦਾ ਧਨ ਜ਼ਬਤ ਕਰਕੇ ਕੰਗਾਲ ਬਣਾ ਸਕਦਾ। ਕਰਾਮਾਤ ਹੀ ਹੈ ਨਾ, ਚੰਗੇ ਭਲੇ ਖਾਂਦੇ ਨੂੰ ਉਜਾੜ ਦੇਣਾ। ਅਤੇ ਬਾਦਸ਼ਾਹ ਚਾਹਵੇ ਅਤੇ ਉਜੜੇ ਹੋਏ ਨੂੰ ਧਨ ਦੇ ਕੇ, ਖੇਤ ਦੇ ਕੇ, ਮਾਇਆ ਦੇ ਕੇ ਉਹਨੂੰ ਵਸਾ ਵੀ ਸਕਦਾ, ਅਮੀਰ ਵੀ ਕਰ ਸਕਦਾ। ਕਰਾਮਾਤ ਹੀ ਹੈ ਨਾ, ਉਜੜੇ ਨੂੰ ਵਸਾਉਣਾ, ਵਸੇ ਹੋਏ ਨੂੰ ਉਜਾੜ ਦੇਣਾ। ਜਿੱਥੋਂ ਰਾਹ ਨਹੀਂ ਲੰਘਦਾ, ਬਾਦਸ਼ਾਹ ਚਾਹਵੇ ਤੇ ਰਾਹ ਬਣਾ ਸਕਦਾ, ਪੁਲ ਬਣ ਜਾਂਦੇ, ਸੜਕਾਂ ਬਣ ਜਾਂਦੀਆਂ। ਅਤੇ ਬਾਦਸ਼ਾਹ ਚਾਹਵੇ ਤੇ ਬਣੀਆਂ ਸੜਕਾਂ, ਰਾਹ ਬੰਦ ਵੀ ਕਰਵਾ ਸਕਦਾ। ਕਰਾਮਾਤ ਹੀ ਹੈ, ਦਿਸਦੀ ਪਈ ਹੈ ਸਾਹਮਣੇ। ਮਹਾਰਾਜ ਕਹਿੰਦੇ ਤੂੰ ਕਰਾਮਾਤ ਵੇਖਣੀ ਚਾਹੁੰਦਾ ਤੇ ਬਾਦਸ਼ਾਹ ਕਰਾਮਾਤ ਹੀ ਹੁੰਦਾ ਹੈ, ਜੋ ਚਾਹਵੇ ਆਪਣੇ ਹੁਕਮ ਨਾਲ ਕਰ ਸਕਦਾ। ਇਹ ਕਰਾਮਾਤ ਹੀ ਵਰਤਦੀ ਪਈ ਹੈ। ਸੁਣ ਕੇ ਬਚਨ ਕਹਿੰਦਾ ਨਹੀਂ ਮਹਾਰਾਜ, ਇਹ ਤਾਂ ਬੜਾ ਕੁਝ ਅਸੀਂ ਵੇਖਦੇ ਹਾਂ, ਮੈਂ ਅਸਲੀ ਕਰਾਮਾਤ ਵੇਖਣੀ ਚਾਹੁੰਦਾ। ਸਤਿਗੁਰਾਂ ਨੇ ਜੇਬ ਦੇ ਵਿੱਚ ਹੱਥ ਪਾਇਆ ਅਤੇ ਜੇਬ ਦੇ ਵਿੱਚੋਂ ਸੋਨੇ ਦੀ ਮੋਹਰ ਕੱਢੀ ਮਹਾਰਾਜ ਨੇ, ਅਤੇ ਮੋਹਰ ਕੱਢ ਕੇ ਸਾਹਮਣੇ ਰੱਖੀ। ਮਹਾਰਾਜ ਕਹਿਣ ਲੱਗੇ ਆਹ ਦੁਨੀਆ ਦੀ ਸਭ ਤੋਂ ਵੱਡੀ ਕਰਾਮਾਤ ਹੈ ਮਾਇਆ। ਮਾਇਆ ਨਾਲ ਤੁਸੀਂ ਰਾਜਾ ਖਰੀਦ ਸਕਦੇ ਜੇ, ਵਜ਼ੀਰ ਖਰੀਦੇ ਜਾਂਦੇ, ਅਦਾਲਤਾਂ ਖਰੀਦੀਆਂ ਜਾਂਦੀਆਂ, ਕਾਜੀ ਮੁਲਾਣੇ ਖਰੀਦੇ ਜਾਂਦੇ, ਧਰਮ ਦੇ ਬੰਦੇ ਖਰੀਦੇ ਜਾਂਦੇ, ਰਾਜਨੀਤਿਕ ਬੰਦੇ ਖਰੀਦੇ ਜਾਂਦੇ। ਝੂਠੇ ਨੂੰ ਸੱਚਾ, ਸੱਚੇ ਨੂੰ ਝੂਠਾ ਕੀਤਾ ਜਾਂਦਾ। ਇਹ ਦੂਜੀ ਕਰਾਮਾਤ ਹੈ ਪਰਮੇਸ਼ਰ ਦੀ। ਮਾਇਆ ਇਹ ਵੀ ਕਰਾਮਾਤ ਵਰਤਾਉਂਦੀ ਪਈ ਹੈ, ਜੋ ਮਰਜ਼ੀ ਮਾਇਆ ਨਾਲ ਕਰਾ। ਰਾਜਿਆਂ ਦਾ ਕਤਲ ਹੋ ਜਾਂਦਾ, ਮਰ ਜਾਂਦੇ, ਦਗਾ ਦੇ ਜਾਂਦੇ, ਫਰੇਬ ਕਰ ਜਾਂਦੇ। ਕੀ ਨਹੀਂ ਹੁੰਦਾ ਮਾਇਆ ਕਰਕੇ। ਸਤਿਗੁਰਾਂ ਨੇ ਸੋਨੇ ਦੀ ਮੋਹਰ ਤੋਂ ਇਸ਼ਾਰਾ ਦਿੱਤਾ, ਕਹਿਣ ਲੱਗੇ ਆਹ ਕਰਾਮਾਤ ਹੈ ਰੱਬ ਦੀ। ਸਿਪਾਹੀ ਖਰੀਦੇ ਜਾਂਦੇ, ਬੋਡੀਗਾਰਡ ਖਰੀਦੇ ਜਾਂਦੇ, ਰਾਜਿਆਂ ਦੇ ਕਤਲ ਹੁੰਦੇ, ਤਖਤ ਮੱਲੇ ਜਾਂਦੇ, ਤਖਤਾਂ ਪਿੱਛੇ ਲੜਾਈਆਂ ਹੁੰਦੀਆਂ। ਕਾਹਦੇ ਵਾਸਤੇ? ਮਾਇਆ ਕਰਕੇ। ਕਹਿਣ ਲੱਗਾ ਮਹਾਰਾਜ ਇਹ ਵੀ ਤਾਂ ਵੇਖਿਆ ਹੀ ਹੈ, ਮਾਇਆ ਤੇ ਅਸੀਂ ਵੀ ਕੋਲ ਰੱਖਦੇ ਹਾਂ, ਸਾਨੂੰ ਵੀ ਪਤਾ ਮਾਇਆ ਨਾਲ ਪੁੱਠੇ ਸਿੱਧੇ ਕੰਮ ਹੋ ਜਾਂਦੇ। ਇਹ ਤਾਂ ਕੋਈ ਮਹਾਰਾਜ ਖਾਸ ਗੱਲ ਨਾ ਹੋਈ, ਮੈਨੂੰ ਤਾਂ ਕਰਾਮਾਤ ਵਿਖਾਓ। ਜਦੋਂ ਤੀਜੀ ਵਾਰੀ ਆਖਿਆ ਨਾ ਕਰਾਮਾਤ ਵਿਖਾਓ, ਅਤੇ ਸਤਿਗੁਰਾਂ ਨੂੰ ਵੀਰ ਰਸ ਆ ਗਿਆ ਸੁਣ ਕੇ, ਨੇਤਰ ਹੋ ਗਿਆ ਲਾਲ। ਅਤੇ ਸਤਿਗੁਰਾਂ ਨੇ ਫਿਰ ਮਿਆਨ ਦੇ ਵਿੱਚੋਂ ਤਲਵਾਰ ਕੱਢੀ, ਖਿੱਚ ਕੇ ਬਾਹਰ। ਜਦੋਂ ਤਲਵਾਰ ਕੱਢੀ ਅਤੇ ਚਮਕੀ, ਇਹ ਜਿਹੜਾ ਕਹਿੰਦਾ ਸੀ ਕਰਾਮਾਤ ਵਿਖਾਓ, ਲੱਤਾਂ ਕੰਮਣ ਲੱਗ ਪਈਆਂ ਨਾਲ ਹੀ, ਵੀ ਕਿਤੇ ਕਰਾਮਾਤ ਵੇਖਦਿਆਂ ਵੇਖਦਿਆਂ ਸਿਰ ਹੀ ਨਾ ਵੱਖਰਾ ਕਰ ਦੇਣ ਮੇਰਾ। ਸਤਿਗੁਰੂ ਪਾਤਸ਼ਾਹ ਕਹਿਣ ਲੱਗੇ ਇਹ ਦੁਨੀਆ ਦੀ ਸਭ ਤੋਂ ਵੱਡੀ ਕਰਾਮਾਤ। ਇਹਦੇ ਨਾਲ ਰਾਜਿਆਂ ਦਾ ਵੀ ਕਤਲ ਹੋ ਜਾਂਦਾ, ਇਹਦੇ ਨਾਲ ਰਾਜ ਲੈ ਵੀ ਜਾਂਦੇ ਨੇ, ਇਹਦੇ ਨਾਲ ਧੋਖਾ ਵੀ ਹੁੰਦਾ, ਇਹਦੇ ਨਾਲ ਹੀ ਸਭ ਕੁਝ ਹੈ। ਤਾਕਤ ਸਭ ਤੋਂ ਵੱਡੀ ਸ਼ਸਤਰ ਹੈ ਜਿਹੜਾ ਗਲ ਵਿੱਚ ਪਾਇਆ, ਤਲਵਾਰ ਦੇ ਅਧੀਨ। ਬਚਨ ਮਹਾਰਾਜ ਜੀਆਂ ਦਾ ਸ਼ਸਤਰ ਕੇ ਅਧੀਨ ਹੈ ਰਾਜ, ਕੋਈ ਕਿਸੇ ਕੋ ਰਾਜ ਨਾ ਦੈ ਹੈ, ਜੋ ਲੈ ਹੈ ਨਿਜ ਬਲ ਸੇ ਲੈ ਹੈ। ਘਰੇ ਬੈਠਿਆਂ ਕਿਸੇ ਨੂੰ ਕੋਈ ਨਹੀਂ ਪੁੱਛਦਾ। ਜੇ ਤੁਸੀਂ ਰਾਜ ਲੈਣਾ ਚਾਹੁੰਦੇ, ਗੱਦੀ ਲੈਣੀ ਚਾਹੁੰਦੇ, ਸੰਘਾਸਨ ਲੈਣਾ ਚਾਹੁੰਦੇ, ਤੇ ਸ਼ਸਤਰ ਚੁੱਕਣਾ ਹੀ ਪੈਣਾ, ਲੜਨਾ ਹੀ ਪੈਣਾ, ਜਾਂ ਮਰਨਾ ਜਾਂ ਮਾਰਨਾ ਪੈਣਾ। ਰਾਜ ਐਵੇਂ ਨਹੀਂ ਚੱਲਦੇ। ਬਾਰਡਰ ਦੇ ਉੱਪਰ, ਸੀਮਾ ਦੇ ਉੱਪਰ ਫੌਜਾਂ ਬਿਠਾਉਣੀਆਂ ਪੈਣਗੀਆਂ, ਆਪਣੀ ਤਾਕਤ ਵਿਖਾਉਣੀ ਪਏਗੀ, ਤਾਂ ਦੁਸ਼ਮਣ ਹਟੇਗਾ ਪਿੱਛੇ। ਤੇ ਜੇ ਤੁਸੀਂ ਇਕੱਲਾ ਇਹੋ ਗੱਲ ਹੀ ਕਰੀ ਜਾਓ ਨਾ ਵੀ ਚਰਖਾ ਕੱਤਿਆ ਤੇ ਆਜ਼ਾਦੀ ਆ ਗਈ, ਚਰਖੇ ਕੱਤਿਆਂ ਕਦੇ ਆਜ਼ਾਦੀਆਂ ਨਹੀਂ ਮਿਲਦੀਆਂ, ਨਾ ਕਦੇ ਦੁਸ਼ਮਣ ਪਿੱਛੇ ਹਟਦਾ। ਚਰਖਾ ਵੇਖ ਕੇ ਜਿੰਨੇ ਮਰਜ਼ੀ ਕੱਤ ਲਓ, ਚਰਖਾ ਕੱਤਿਆਂ ਆਜ਼ਾਦੀਆਂ ਨਾ ਮਿਲੀਆਂ, ਨਾ ਮਿਲਣੀਆਂ ਨੇ, ਨਾ ਅੱਜ ਮਿਲਣਗੀਆਂ। ਇਹ ਤਾਂ ਐਵੇਂ ਦੁਨੀਆ ਦੇ ਵਿੱਚ ਇੱਕ ਬਣਾਈ ਗਈ ਗੱਲ ਹੈ। ਆਜ਼ਾਦੀ ਮਿਲਦੀ ਹੈ ਕੁਰਬਾਨੀ ਕਰਕੇ, ਸ਼ਹੀਦੀ ਕਰਕੇ, ਜੰਗ ਕਰਕੇ, ਫਿਰ ਆਜ਼ਾਦੀਆਂ ਮਿਲਦੀਆਂ। ਕੱਲਾ ਇਹ ਗੱਲ ਕਹਿ ਦੇਣੀ ਵੀ ਮੈਂ ਤਾਂ ਬੜਾ ਹਿੰਸਾ ਤੋਂ ਬਚਿਆ ਹੋਇਆ, ਹਿੰਸਾ ਮੈਂ ਕਰਦਾ ਹੀ ਨਹੀਂ, ਹਿੰਸਾ ਪਰਮੋ ਧਰਮ, ਇਹ ਗੱਲਾਂ ਨੇ। ਕੋਈ ਧਰਮ ਨਹੀਂ ਹੈ ਹਿੰਸਾ ਦਾ,
ਮਹਾਰਾਜ ਕਹਿਣ ਲੱਗੇ ਮੂਰਖ ਗੰਢ ਪਵੈ ਮੋਹੇ ਮਾਰ। ਉਹ ਜੇ ਬੰਦਾ ਸ਼ਦਾਈ ਹੋਵੇ ਅਗਲਾ ਤੇ ਤੂੰ ਅੱਗੋਂ ਉਹਨੂੰ ਨਾਲ ਆਖੀ ਜਾਵੇਂ ਵੀ ਮੈਂ ਤੇ ਹਿੰਸਾ ਹੀ ਨਹੀਂ ਕਰਦਾ, ਤੇ ਉਹ ਤੇਰੇ ਗਾਲੀ ਪਵੇਗਾ ਨਾ। ਤੇ ਮੂਰਖ ਦੇ ਮੂੰਹ ਤੇ ਜਦੋਂ ਵੱਟ ਕੇ ਚੰਡ ਮਾਰੇਗਾ ਨਾ ਤੇ ਫਿਰ ਆਪੇ ਪਿੱਛੇ ਹਟੇਗਾ, ਫਿਰ ਤੇਰੇ ਗੋਡੀਆਂ ਹੱਥ ਵੀ ਲਾਏਗਾ ਵੀ ਹਾਂ। ਸਤਿਗੁਰੂ ਪਾਤਸ਼ਾਹ ਕਹਿਣ ਲੱਗੇ ਦੁਨੀਆ ਵਿੱਚ ਪ੍ਰੇਮ ਕਰਨਾ ਜ਼ਰੂਰੀ ਹੈ, ਨਿਮਰਤਾ ਵੀ ਇੱਕ ਸਮੇਂ ਤੇ ਜ਼ਰੂਰੀ ਹੈ, ਪਰ ਉਹਦੀ ਇੱਕ ਸੀਮਾ ਹੈ। ਤੇ ਪਰ ਸ਼ਸਤਰ ਚੁੱਕਣਾ ਪਵੇਗਾ ਜੇ ਹੱਕ ਲੈਣਾ ਹੈ, ਜੇ ਦੁਸ਼ਮਣ ਨੂੰ ਦੱਸਣਾ ਹੈ। ਪੰਜਵੇਂ ਪਾਤਸ਼ਾਹ ਨੇ ਸ਼ਾਂਤਮਈ ਸ਼ਹੀਦੀ ਦਿੱਤੀ ਤੇ ਮਹਾਰਾਜ ਦੀਆਂ ਨੇ ਉਸ ਵੇਲੇ ਸੁਨੇਹਾ ਭੇਜਿਆ ਲਾਹੌਰ ਦੀ ਧਰਤੀ ਤੋਂ। ਕਹਿਣ ਲੱਗੇ ਸਾਡੇ ਪੁੱਤਰ ਨੂੰ ਆਖਿਓ ਸ਼ਸਤਰ ਧਾਰੀ ਹੋ ਕੇ ਬੈਠੇ, ਅਸੀਂ ਬੜੀ ਸ਼ਾਂਤੀ ਰੱਖ ਕੇ ਵੇਖੀ ਹੈ, ਪਰ ਦੁਸ਼ਮਣ ਨਹੀਂ ਸਮਝਦਾ, ਵੈਰੀ ਨਹੀਂ ਸਮਝਦਾ ਸ਼ਾਂਤੀ। ਉਹ ਤੇ ਸਮਝਦਾ ਵੀ ਡਰ ਗਏ ਨੇ। ਇਹ ਲੋਕ ਸ਼ਸਤਰ ਦੀ ਭਾਸ਼ਾ ਸਮਝਣ ਵਾਲੇ, ਸ਼ਸਤਰ ਸਜਾ ਕੇ ਬੈਠੇ, ਇਹਨਾਂ ਨਾਲ ਜੰਗ ਕਰੇ ਤਾਂ ਪਤਾ ਲੱਗੇਗਾ। ਸੋ ਇਹ ਬਚਨ ਇਹ ਕਰਾਮਾਤ ਹੈ, ਪਰ ਜੇ ਕੋਈ ਜਾਣੇ ਤੇ ਜੋ 10ਵੇਂ ਪਾਤਸ਼ਾਹ ਨੇ ਤਲਵਾਰ ਕੱਢ ਕੇ ਚਮਕਾਈ, ਫਿਰ ਪੈਰ ਫੜ ਲਿਆ, ਕਹਿਣ ਲੱਗਾ ਮਹਾਰਾਜ ਬਸ ਲੱਗ ਗਿਆ ਪਤਾ ਕਰਾਮਾਤ ਦਾ, ਹੁਣ ਅੱਗੇ ਨਹੀਂ ਕੁਝ ਮੈਂ ਵੇਖਾਂਗਾ, ਕੁਝ ਨਹੀਂ ਚਾਹੁੰਦਾ। ਇਹ ਹੁਣ ਰੰਗਜੇ ਵੀ ਉਹ ਗੱਲ ਹੀ ਕਰਦਾ ਪਿਆ। ਕਹਿੰਦਾ ਮਹਾਰਾਜ ਨੂੰ ਆਖੋ ਵੀ ਜਾਂ ਤੇ ਮੈਨੂੰ ਕਰਾਮਾਤ ਦਿਖਾਉਣ ਆ ਕੇ, ਜੇ ਕਰਾਮਾਤ ਨਹੀਂ ਦਿਖਾਉਣਗੇ ਤੇ ਫਿਰ ਉਹਨਾਂ ਨੂੰ ਮੁਸਲਮਾਨ ਬਣਨਾ ਪਵੇਗਾ। ਇਹ ਗੱਲ ਬਾਦਸ਼ਾਹ ਮਨਾਉਣ ਵਾਸਤੇ ਆਪਣੇ ਵਜ਼ੀਰਾਂ ਨੂੰ ਭੇਜਿਆ ਹੈ। ਅਨਹੁ ਸਾਥ ਨ ਤਜ ਕਰ ਫਿਰੋ। ਗੁਰੂ ਨੂੰ ਨਾਲ ਹੀ ਲੈ ਕੇ ਆਉਣਾ। ਤੁਸੀਂ ਇਹ ਨਹੀਂ ਕਹਿਣਾ ਵੀ ਮਹਾਰਾਜ ਕਹਿਣ ਵੀ ਕੋਈ ਨਹੀਂ ਅਸੀਂ ਮਗਰ ਆਉਂਦੇ ਹਾਂ ਤੁਸੀਂ ਜਾਓ, ਨਹੀਂ, ਤੁਸੀਂ ਆਖਣਾ ਵੀ ਮਹਾਰਾਜ ਅਸੀਂ ਤੇ ਤੁਹਾਡੇ ਨਾਲ ਹੀ ਤੁਹਾਨੂੰ ਲੈ ਕੇ ਜਾਣਾ ਹੈ। ਖਬਰ ਪਠੋ ਤਿਨ ਕੇ ਦਰ ਪਰੋ। ਜਦੋਂ ਤੁਸੀਂ ਉੱਥੇ ਪਹੁੰਚ ਜਾਓਗੇ ਉੱਥੋਂ ਮੈਨੂੰ ਚਿੱਠੀ ਭੇਜ ਦਿਓ ਵੀ ਅਸੀਂ ਮਹਾਰਾਜ ਦੇ ਕੋਲ ਚਲੇ ਗਏ ਹਾਂ। ਸੁਨਤਾ ਗੀਤ ਸ਼ਾਹੋ ਤੇ ਜ਼ੋਰ। ਬਾਦਸ਼ਾਹ ਦੇ ਕੋਲੋਂ ਪੱਕੀ ਗੱਲ ਸੁਣ ਕੇ, ਹੁਕਮ ਸੁਣ ਕੇ ਇਹ ਜਿਹੜੇ ਦੋ ਵਜ਼ੀਰ ਸਨ ਐਦੀ ਚਲੇ ਆਨੰਦਪੁਰ ਐਦੀ ਚੱਲ ਪਏ ਆਨੰਦਪੁਰ ਸਾਹਿਬ ਤੋਂ। ਉਸ ਵੇਲੇ ਫਿਰ ਚੜ ਖਾਟਨ ਪ੍ਰਕਾੜ ਬਿਗਾਰੀ। ਪਹਿਲਾਂ ਦੇ ਵਾਂਗ ਗੁਰਮੁਖੋ ਜਿਵੇਂ ਆਪਾਂ ਪਹਿਲਾਂ ਸਰਵਣ ਕੀਤਾ ਸੀ ਵੀ ਔਰੰਗਜ਼ੇਬ ਬਾਦਸ਼ਾਹ ਦੀ ਜਾਂ ਕਿਸੇ ਵੀ ਬਾਦਸ਼ਾਹ ਦੀ ਸੁਨੇਹਾ ਜਾਂ ਚਿੱਠੀ ਆਉਂਦੀ ਸੀ ਤੇ ਉਹ ਜਿਹੜੇ ਵਜ਼ੀਰ ਆਉਂਦੇ ਸਨ ਐਦੀ ਇਹ ਚਿੱਠੀ ਲੈ ਕੇ ਤੇ ਪਲੰਗ ਦੇ ਉੱਪਰ ਬਹਿੰਦੇ ਸਨ, ਤੇ ਉਹ ਪਲੰਗ ਜਿਹੜੇ ਸਨ ਪਿੰਡ ਦੇ ਨੰਬਰਦਾਰ ਚੁੱਕਦੇ, ਮੋਹਤਬਾਰ ਬੰਦੇ। ਇੱਕ ਪਿੰਡੋਂ ਵਿੱਚ ਚੁੱਕ ਕੇ ਦੂਜੇ ਪਿੰਡ ਛੱਡ ਕੇ ਆਉਂਦੇ, ਫਿਰ ਦੂਜੇ ਪਿੰਡ ਦੇ ਬੰਦੇ ਚੁੱਕ ਕੇ ਤੀਜੇ ਪਿੰਡ ਛੱਡ ਕੇ ਆਉਂਦੇ। ਨਾਲੇ ਰਸਤੇ ਵਿੱਚ ਉਹਨਾਂ ਨੂੰ ਮੀਟ ਮੁਰਗਾ ਵੀ ਖਵਾਉਂਦੇ, ਹੋਰ ਵੀ ਚਾਹ ਪਾਣੀ ਜੋ ਵੀ ਉਹਨਾਂ ਦੀ ਸੇਵਾ ਉਹ ਕਰਨੀ ਪੈਂਦੀ। ਇਸ ਤਰ੍ਹਾਂ ਇੱਕ ਪਿੰਡ ਤੋਂ ਦੂਜੇ ਪਿੰਡ ਤੇ ਸ਼ਾਹੀ ਫਰਮਾਨ ਇਸ ਤਰ੍ਹਾਂ ਜਾਂਦੇ ਸਨ। ਕਹਿਣ ਲੱਗੇ ਚੱਲ ਪੈ ਦਿੱਲੀ ਤੋਂ ਆਨੰਦਪੁਰ ਸਾਹਿਬ ਨੂੰ। ਫਿਰ ਇਹ ਸੁਨੇਹਾ ਲੈ ਕੇ ਬਾਦਸ਼ਾਹ ਔਰੰਗਜ਼ੇਬ ਦਾ ਸੀਸ ਉਠਾਏ ਜਾਹੇ ਅਗਾਰੀ। ਤੇ ਇਹ ਜਿਹੜੇ ਪਿੰਡਾਂ ਦੇ ਨੰਬਰਦਾਰ ਮੋਹਤਬਾਰ ਨੇ ਉਹ ਇਹਨਾਂ ਦਾ ਪਲੰਘਾ ਸਿਰ ਤੇ ਚੁੱਕਦੇ ਤੇ ਸਿਰ ਦੇ ਉੱਪਰ ਚੜੇ ਹੋਏ ਇਹ ਜਿਹੜੇ ਐਦੀਏ ਨੇ ਸੁਨੇਹਾ ਲੈ ਕੇ ਆਉਣ ਵਾਲੇ ਤੁਰੇ ਜਾਂਦੇ ਹਨ। ਗ੍ਰਾਮ ਗ੍ਰਾਮ ਮੈਂ ਹੁਕਮ ਕਰਨ ਤੇ। ਹਰੇਕ ਪਿੰਡ ਵਿੱਚ ਹੁਕਮ ਚੱਲਦਾ, ਪਿੰਡ ਦਾ ਕੋਈ ਬੰਦਾ ਇਹਨਾਂ ਨੂੰ ਨਾ ਨਹੀਂ ਕਰ ਸਕਦਾ। ਜਿੱਥੇ ਜੋ ਹੁਕਮ ਕਰਨ ਲੋਕਾਂ ਨੂੰ ਮੰਨਣਾ ਪੈਂਦਾ। ਇੰਨੀ ਤਾਕਤ ਹੈ ਇਹਨਾਂ ਦੀ, ਇੰਨੇ ਇਹਨਾਂ ਦੇ ਕੋਲ ਉਸ ਵੇਲੇ ਕਾਨੂੰਨ ਸਨ ਜਾਂ ਬਾਦਸ਼ਾਹ ਦੇ ਵੱਲੋਂ ਇੰਨੇ ਇਹਨਾਂ ਨੂੰ ਦਿੱਤੇ ਗਏ ਸਨ ਹੁਕਮ ਜਾਂ ਬਲ ਦਿੱਤਾ ਗਿਆ ਸੀ ਵੀ ਤੁਸੀਂ ਜੋ ਚਾਹੋ ਰਾਹ ਵਿੱਚ ਕਰ ਸਕਦੇ ਹੋ। ਸਾਰੇ ਪਿੰਡਾਂ ਤੇ ਇਹਨਾਂ ਦਾ ਆਉਂਦਿਆਂ ਹੁਕਮ ਚੱਲਦਾ ਹੈ। ਖਾਨ ਪਾਨ ਤਿਨ ਲੈ ਗਮਨਨ ਤੇ ਲੋਕ ਇਹਨਾਂ ਵਾਸਤੇ ਪਹਿਲਾਂ ਹੀ ਜਦੋਂ ਪਤਾ ਲੱਗਦਾ ਨਾ ਵੀ ਫਲਾਣੇ ਪਿੰਡ ਆ ਗਏ ਨੇ ਤੇ ਸਾਡੇ ਪਿੰਡ ਵੀ ਉਹਨਾਂ ਨੇ ਆਉਣਾ, ਤੇ ਪਹਿਲਾਂ ਹੀ ਇਹਨਾਂ ਵਾਸਤੇ ਭੋਜਨ ਤਿਆਰ ਹੋਣ ਲੱਗ ਪੈਂਦਾ ਵੀ ਉਹਨਾਂ ਨੇ ਖਾਣਾ ਕੀ ਹੈ। ਮਿੱਠੇ ਦੇ ਪਦਾਰਥ, ਘਿਓ ਦੇ ਪਦਾਰਥ, ਮਾਸ ਮੱਛੀ ਜੋ ਵੀ ਇਹਨਾਂ ਨੇ ਖਾਣੀ ਹੈ, ਪਹਿਲਾਂ ਇਹਨਾਂ ਵਾਸਤੇ ਤਿਆਰੀਆਂ ਸ਼ੁਰੂ ਹੁੰਦੀਆਂ ਹਨ। ਮਗ ਉਲੰਘ ਕਰ ਸਗਰੇ ਗਏ। ਇਸ ਤਰ੍ਹਾਂ ਸਾਰਾ ਰਸਤਾ ਲੰਘ ਕੇ ਚਲੇ ਗਏ। ਜਾਏ ਪ੍ਰਵੇਸ਼ ਆਨੰਦਪੁਰ ਭਏ। ਇਹ ਆਨੰਦਪੁਰ ਸਾਹਿਬ ਪਹੁੰਚ ਗਿਆ, ਕਿਉਂਕਿ ਇਹਨਾਂ ਨੂੰ ਪਤਾ ਨਹੀਂ ਸੀ ਨਾ ਵੀ ਮਹਾਰਾਜ ਚਲੇ ਗਏ ਨੇ। ਇਹਨਾਂ ਤੇ ਸੋਚਿਆ ਵੀ ਆਨੰਦਪੁਰ ਸਾਹਿਬ ਹੀ ਹਾਲੇ ਹੋਣਗੇ, ਇਸ ਕਰਕੇ ਆਨੰਦਪੁਰ ਸਾਹਿਬ ਪਹੁੰਚੇ ਹਨ। ਜੀ ਸੁਧ ਗੁਰ ਤਹਾਂ ਨਾ ਪਾਏ। ਉੱਥੇ ਜਾ ਕੇ ਪੁੱਛਿਆ, ਕਹਿੰਦੇ ਜੀ ਗੁਰੂ ਤੇਗ ਬਹਾਦਰ ਕਿੱਥੇ? ਅਸੀਂ ਮਿਲਣ ਵਾਸਤੇ ਆਏ। ਤੇ ਸਿੱਖਾਂ ਨੇ ਆਖਿਆ ਵੀ ਮਹਾਰਾਜ ਤੇ ਇੱਥੇ ਹੈ ਨਹੀਂ, ਉਹ ਤੇ ਇੱਥੋਂ ਚਲੇ ਗਏ। ਜਦੋਂ ਇਸ ਗੱਲ ਦਾ ਪਤਾ ਲੱਗਾ ਵੀ ਮਹਾਰਾਜ ਚਲੇ ਗਏ ਹਨ, ਕਹਾਂ ਹੈ ਕੋ ਨਹੀਂ ਬਤਾਏ। ਤੇ ਪੁੱਛਿਆ ਫਿਰ ਇਹਨਾਂ ਨੇ ਵੀ ਗਏ ਕਿੱਥੇ ਨੇ? ਤੇ ਸਿੱਖ ਕਹਿਣ ਲੱਗੇ ਵੀ ਸਾਨੂੰ ਥੋੜੀ ਪਤਾ, ਸਾਨੂੰ ਤੇ ਇੰਨਾ ਪਤਾ ਵੀ ਆਨੰਦਪੁਰ ਸਾਹਿਬ ਤੋਂ ਚਲੇ ਗਏ। ਹੁਣ ਕਿੱਧਰ ਨੂੰ ਗਏ ਨੇ ਇਸ ਵੇਲੇ ਇਸ ਗੱਲ ਦਾ ਸਾਨੂੰ ਨਹੀਂ ਪਤਾ। ਜਦੋਂ ਪਤਾ ਹੀ ਨਹੀਂ ਤੇ ਦਸੀਏ ਕੀ? ਕਿਸੇ ਸਿੱਖ ਨੇ ਕੋਈ ਜਾਣਕਾਰੀ ਦੱਸੀ ਨਹੀਂ ਹੈ। ਇਸ ਚਿੰਤ ਕਹਾਂ ਅਵ ਕਰ। ਹੁਣ ਇਹ ਜਿਹੜੇ ਵਜ਼ੀਰ ਸਨ ਚਿੰਤਾ ਵਿੱਚ ਆ ਗਏ, ਫਿਕਰ ਵਿੱਚ ਆ ਗਏ ਵੀ ਅਸੀਂ ਤੇ ਸੋਚਿਆ ਵੀ ਆਨੰਦਪੁਰ ਸਾਹਿਬ ਹੀ ਹੋਣਗੇ ਤੇ ਅਸੀਂ ਵੀ ਕੋਲ ਹੀ ਡੇਰਾ ਲਾਵਾਂਗੇ, ਉਹਨਾਂ ਨੂੰ ਨਾਲ ਹੀ ਲੈ ਕੇ ਆਵਾਂਗੇ, ਪਰ ਹੁਣ ਲੱਭੀਏ ਕਿੱਥੋਂ? ਇਹ ਜਿਹੜੇ ਦੂਤ ਆਏ ਚਿੰਤਾ ਵਿੱਚ ਪੈ ਗਏ ਹਨ। ਗੁਰ ਕੀ ਸੁਧ ਨਹਿ ਸਰਵਨੀ ਪਰ। ਇਹਨਾਂ ਨੂੰ ਗੁਰੂ ਦੀ ਖਬਰ ਜਿਹੜੀ ਕੰਨਾਂ ਵਿੱਚ ਨਹੀਂ ਪਈ ਹੈ। ਕੇਤਕ ਦਿਨ ਰਹਿ ਬਹੁਰ ਪਿਆ ਨੇ। ਕੁਝ ਕੁ ਦਿਨ ਤੇ ਆਨੰਦਪੁਰ ਸਾਹਿਬ ਰਹਿ ਵੀ ਚਲੋ ਇੱਥੋਂ ਪਤਾ ਲੱਗ ਜਾਏਗਾ, ਉੱਥੋਂ ਪਤਾ ਲੱਗੇਗਾ। ਰਹਿੰਦੇ ਤੇ ਰਹਿ, ਪਰ ਇਹਨਾਂ ਨੂੰ ਪਤਾ ਕੋਈ ਨਹੀਂ ਲੱਗਾ ਹੈ। ਹੋਏ ਸੁਧਾਸਰ ਅਸਮਨ ਜਾਣੇ। ਹੁਣ ਮਨ ਵਿੱਚ ਕੀ ਸੋਚਿਆ? ਕਹਿੰਦੇ ਵੀ ਸਿੱਖਾਂ ਦਾ ਸਭ ਤੋਂ ਵੱਡਾ ਸਥਾਨ ਤੇ ਅੰਮ੍ਰਿਤਸਰ ਹੈ। ਜੇ ਆਨੰਦਪੁਰ ਸਾਹਿਬ ਨਹੀਂ ਨਾ ਮਿਲੇ ਤੇ ਮਹਾਰਾਜ ਅੰਮ੍ਰਿਤਸਰ ਹੋਣਗੇ।
ਇਹ ਮਨ ਵਿੱਚ ਸੋਚਦੇ ਹਨ। ਸਤੁ ਦਰਪਾਰ ਉਲੰਘ ਤਬ ਇਹ ਚਾਲੇ। ਜਿਹੜੇ ਦੋ ਵਜ਼ੀਰ ਸਨ ਅਨੰਦਪੁਰ ਸਾਹਿਬ ਤੋਂ ਕਹਿੰਦੇ ਚਲੋ ਸਾਨੂੰ ਹੁਣ ਅੰਮ੍ਰਿਤਸਰ ਲੈ ਕੇ ਚੱਲੋ। ਉਸੇ ਤਰ੍ਹਾਂ ਫਿਰ ਪਿੰਡਾਂ ਦੇ ਸਰਪੰਚ ਇਹਨਾਂ ਦਾ ਪਲੰਘਾ ਚੁੱਕਦੇ ਸਿਰ ਤੇ, ਇੱਕ ਪਿੰਡ ਤੋਂ ਦੂਜਾ, ਦੂਜੇ ਤੋਂ ਤੀਜਾ, ਅਨੰਦਪੁਰ ਸਾਹਿਬ ਤੋਂ ਫਿਰ ਮਹਾਰਾਜ ਨੂੰ ਲੱਭਣ ਵਾਸਤੇ ਅੰਮ੍ਰਿਤਸਰ ਨੂੰ ਚੱਲ ਪਏ ਹਨ। ਦੁਆਬੇ ਦੇਸ਼ ਦੇਖ ਭਰ ਚਲਦਿਆਂ ਚਲਦਿਆਂ ਸਤਲੁਜ ਦਰਿਆ ਪਾਰ ਕੀਤਾ ਤੇ ਫਿਰ ਅੱਗੇ ਦੁਆਬਾ ਦੇਸ਼ ਆ ਗਿਆ। ਦੁਆਬ ਦੇਸ਼ ਨੂੰ ਉਸ ਵੇਲੇ ਲੰਘ ਕੇ ਮੋਰ ਵਿਪਾਸ਼ਾ ਉਤਰੇ ਫਿਰ ਪਾਰ। ਅਗਲੇ ਬੰਨੇ ਬਿਆਸ ਆ ਗਿਆ। ਬਿਆਸ ਦਰਿਆ ਨੂੰ ਪਾਰ ਕਰ ਗਏ ਹਨ। ਖੋਜੈ ਜਹ ਕਰ ਨਰਨ ਉਚਾਰ। ਜਿੱਥੇ ਕਿੱਥੇ ਵੀ ਪੁੱਛਦੇ ਨੇ, ਲੱਭਦੇ ਨੇ, ਤੁਸੀਂ ਮਹਾਰਾਜ ਨੂੰ ਤੇ ਨਹੀਂ ਵੇਖਿਆ, ਖਬਰ ਤੇ ਨਹੀਂ ਸੁਣੀ, ਇਧਰ ਨੂੰ ਤੇ ਨਹੀਂ ਆਏ, ਇਸ ਤਰ੍ਹਾਂ ਗੱਲਾਂ ਕਰਦੇ। ਸ੍ਰੀ ਅੰਮ੍ਰਿਤਸਰ ਪਹੁੰਚੇ ਜਾਏ। ਚਲਦਿਆਂ ਚਲਦਿਆਂ ਵੀ ਇਹ ਬਾਦਸ਼ਾਹ ਦੇ ਵਜ਼ੀਰ ਜਿਹੜੇ ਸਨ ਅੰਮ੍ਰਿਤਸਰ ਪਹੁੰਚ ਗਏ। ਇਕੱਠੇ ਕਰਮ ਸੰਧ ਸਮੁਦਾਇ। ਇੱਥੇ ਜਿਹੜੇ ਮਸੰਦ ਸਨ, ਜਥੇਦਾਰ, ਕਾਰ ਸੇਵਾ ਵਾਲੇ, ਗੁਰੂ ਦੀ ਸਾਂਭ ਸੰਭਾਲ ਕਰਨ ਵਾਲੇ, ਉਹਨਾਂ ਨੂੰ ਇਕੱਠੇ ਕਰ ਲਿਆ ਇਹਨਾਂ ਨੇ ਤੇ ਇਕੱਠੇ ਕਰਕੇ ਪੁੱਛਣ ਲੱਗੇ। ਪੂਜਨ ਕਰੀ ਗੁਰੂ ਕੀ ਗਾਤ। ਸਤਿਗੁਰਾਂ ਬਾਰੇ ਪੁੱਛਿਆ ਵੀ ਗੁਰੂ ਇੱਧਰ ਆਏ ਨੇ, ਅਨੰਦਪੁਰ ਸਾਹਿਬ ਸਾਨੂੰ ਮਿਲੇ ਨਹੀਂ, ਕਿ ਤੁਹਾਡੇ ਕੋਲ ਆਏ ਨੇ? ਉਹ ਜਿਹੜੇ ਅਨੰਦਪੁਰ ਸਾਹਿਬ ਦੇ ਪੁਜਾਰੀ ਸਨ ਉਹਨਾਂ ਨੂੰ ਪੁੱਛਦੇ ਹਨ, ਅਬ ਕਿਸ ਥਲ ਮਹਿ ਤੁਮਰੋ ਨਾਥ। ਤੁਹਾਡੇ ਮਾਲਕ ਇਸ ਵੇਲੇ ਕਿੱਥੇ ਨੇ? ਦੱਸੋ ਭਾਈ, ਤੁਹਾਨੂੰ ਪਤਾ ਹੋਵੇਗਾ ਜਿਹੜੇ ਤੁਹਾਡੇ ਗੁਰੂ ਨੇ ਕਿੱਥੇ ਹਨ। ਜੋ ਤੁਮ ਕਰੋ ਦੁਰਾਵਨ ਜੇ ਤਿਨੈ। ਤੁਸੀਂ ਉਹਨਾਂ ਨੂੰ ਛਪਾਓਗੇ, ਇਹਨਾਂ ਨੇ ਦਾਬਾ ਮਾਰਿਆ ਹੁਣ, ਅਫਸਰੀ ਰੋਹ ਮਾਰਿਆ ਇਹਨਾਂ ਨੇ ਆਪਣਾ। ਕਹਿਣ ਲੱਗੇ ਵੀ ਜੇ ਤੁਸੀਂ ਗੁਰੂ ਨੂੰ ਛਪਾਉਣਾ ਚਾਹਿਆ ਜਾਂ ਗੁਰੂ ਨੂੰ ਛਪਾਉਂਦੇ ਹੋ ਸ਼ਾਹੋ ਸਜਾਏ ਦੇਹ ਗੋ ਤੇ ਘਨੈ। ਬਾਦਸ਼ਾਹ ਤੁਹਾਨੂੰ ਵੀ ਸਜ਼ਾ ਦੇਵੇਗਾ, ਕਿਉਂਕਿ ਬਾਦਸ਼ਾਹ ਦੇ ਇਸ ਵੇਲੇ ਉਹ ਲੋੜੀਂਦੇ ਨੇ। ਜੇ ਉਹ ਛੁਪਦੇ ਨੇ ਜਾਂ ਤੁਸੀਂ ਛੁਪਾਏ ਨੇ ਤੇ ਤੁਹਾਨੂੰ ਵੀ ਸਜ਼ਾਵਾਂ ਬਰਾਬਰ ਹੀ ਮਿਲਣੀਆਂ। ਇਸ ਕਰਕੇ ਚੰਗੇ ਚਾਹੁੰਦੇ ਹੋ ਤੇ ਗੁਰੂ ਨੂੰ ਫੜਾ ਦੇਣਾ ਕਰੋ। ਸਦਨ ਖਸੋਟਾ ਵਹਿਰ ਨਿਕਾਰੇ। ਤੇ ਜੋ ਤੁਹਾਡਾ ਕਾਰੋਬਾਰ ਹੈ ਨਾ ਉਹ ਵੀ ਖੋਇਆ ਜਾਏਗਾ, ਤੁਹਾਡਾ ਮਾਲ ਸੁਬਾਬ ਵੀ ਜ਼ਬਤ ਕੀਤਾ ਜਾਏਗਾ, ਘਰ-ਬਾਰ ਤੁਹਾਡੇ ਅਸੀਂ ਉਜਾੜ ਦਿਆਂਗੇ, ਬੰਦੇ ਬਣ ਜਾਓ ਤੇ ਸਾਨੂੰ ਦੱਸੋ ਵੀ ਗੁਰੂ ਕਿੱਥੇ ਹੈ। ਬੰਦ ਕੈਦ ਕਰ ਤੁਮ ਕੋ ਮਾਰ। ਤੇ ਅਸੀਂ ਤੁਹਾਨੂੰ ਕੈਦ ਕਰ ਲੈਣਾ ਹੈ ਤੇ ਜੇਲ੍ਹ ਵਿੱਚ ਸੁੱਟ ਦੇਣਾ ਤੇ ਤੁਹਾਨੂੰ ਬੜੀ ਮਾਰ ਉੱਥੋਂ ਸਿਪਾਹੀਆਂ ਕੋਲੋਂ ਮਰਵਾਵਾਂਗੇ, ਤੁਹਾਨੂੰ ਬੜਾ ਕੁੱਟਿਆ ਜਾਣਾ ਜੇਲ੍ਹ ਵਿੱਚ ਲਿਜਾ ਕੇ ਜੇ ਤੁਸੀਂ ਗੁਰੂ ਬਾਰੇ ਨਾ ਦੱਸਿਆ। ਸੁਨ ਮਸੰਦ ਪਾਇਓ ਵੱਡ ਉਹ ਤਰਾਸਾ। ਜਿਹੜੇ ਮਸੰਦ ਸਨ ਉੱਥੋਂ ਦੀ ਸਾਂਭ ਸੰਭਾਲ ਕਰਨ ਵਾਲੇ ਅੰਮ੍ਰਿਤਸਰ ਦੀ, ਉਹ ਡਰ ਗਏ ਵੀ ਸਤਿਗੁਰਾਂ ਦਾ ਤੇ ਪਤਾ ਨਹੀਂ ਕਿੱਥੇ ਨੇ, ਇਹ ਕਿਤੇ ਸਾਨੂੰ ਨਾ ਫੜ ਕੇ ਲੈ ਜਾਣ, ਡਰ ਗਏ ਹਨ। ਕਹਿਓ ਦੇਖ ਲਿਓ ਸਕਲ ਆਵਾਸਾ। ਉਹਨਾਂ ਨੇ ਆਖਿਆ ਵੀ ਭਾਈ ਸਾਡੇ ਦਰਵਾਜ਼ੇ ਖੁੱਲੇ ਨੇ, ਸਾਡੇ ਅੰਦਰ ਬਾਹਰ ਘਰੇ ਜਿੱਥੇ ਮਰਜ਼ੀ ਤੁਸੀਂ ਵੇਖ ਸਕਦੇ, ਸਾਡੇ ਘਰੇ ਮਹਾਰਾਜ ਨਹੀਂ ਹਨ। ਕਹੈ ਕੂਰ ਨਹਿ ਦੋਸ਼ ਲਗਾਓ। ਅਸੀਂ ਝੂਠ ਨਹੀਂ ਕਹਿੰਦੇ, ਸਾਡੇ ਤੇ ਐਵੇਂ ਨਾ ਦੋਸ਼ ਲਾਓ, ਲਿਆਮ ਐਵੇਂ ਨਾ ਸਾਡੇ ਤੇ ਲਾਓ, ਜਦੋਂ ਸਾਡੇ ਕੋਲ ਹੈ ਹੀ ਨਹੀਂ ਤੇ ਅਸੀਂ ਕੀ ਕਰੀਏ। ਹਮ ਗਰੀਬ ਸਗਰੇ ਲਖ ਪਾਓ। ਅਸੀਂ ਤੇ ਗਰੀਬ ਹਾਂ, ਅਸੀਂ ਤੇ ਇੱਥੇ ਮਾੜੀ ਮੋਟੀ ਮਜ਼ਦੂਰੀ ਕਰਦੇ, ਸੇਵਾ ਕਰਦੇ ਤੇ ਆਪਣਾ ਗੁਜ਼ਾਰਾ ਕਰਦੇ, ਸਾਡੇ ਤੇ ਕਿਉਂ ਐਵੇਂ ਰੋਹ ਪਾਉਂਦੇ ਹੋ। ਇਮ ਨਿਰਣੈ ਕਰਕੇ ਇਹ ਦੀਨ। ਕਹਿਣ ਲੱਗੇ ਵੀ ਉਹ ਜਿਹੜੇ ਐਦੀਏ ਸਨ ਲੱਭਣ ਵਾਸਤੇ ਗਏ, ਉਹਨਾਂ ਨੇ ਚੰਗੀ ਤਰ੍ਹਾਂ ਨਿਰਣਾ ਕਰਕੇ, ਪੁੱਛ ਪੜਤਾਲ ਕਰਕੇ ਸਮਝ ਗਏ ਵੀ ਗੁਰੂ ਇੱਥੇ ਨਹੀਂ ਹੈ। ਸ਼ਾਹੋ ਨਿਕਟ ਸੁਧ ਲਿਖ ਪਾਨ। ਇਹਨਾਂ ਨੇ ਚਿੱਠੀ ਪਾ ਦਿੱਤੀ ਅੰਮ੍ਰਿਤਸਰ ਤੋਂ ਵੀ ਬਾਦਸ਼ਾਹ ਸਲਾਮਤ, ਵੀ ਨਾ ਆਨੰਦਪੁਰ ਸਾਹਿਬ ਦੇ ਵਿੱਚ ਗੁਰੂ ਹੈ ਤੇ ਨਾ ਅੰਮ੍ਰਿਤਸਰ ਦੇ ਵਿੱਚ। ਅਸੀਂ ਲੱਭ ਲਿਆ ਪਰ ਸਾਨੂੰ ਲੱਭੇ ਨਹੀਂ ਹਨ। ਕਿਤੋਂ ਨਾ ਪਾਵਤ ਖੋਜ ਤਹਾਰੇ। ਅਸੀਂ ਲੱਭ ਕੇ ਥੱਕ ਗਏ, ਸਾਨੂੰ ਨਹੀਂ ਲੱਭਿਆ, ਸਾਨੂੰ ਨਹੀਂ ਪਤਾ ਲੱਗਾ ਵੀ ਮਹਾਰਾਜ ਕਿੱਧਰ ਚਲੇ ਗਏ ਨੇ। ਦੇਸ਼ ਵਿਦੇਸ਼ਨ ਵਿਖੈ ਨਿਹਾਰੇ। ਅਸੀਂ ਦੇਸ਼ ਵਿੱਚ ਵੀ ਵੇਖਿਆ ਤੇ ਵਿਦੇਸ਼ ਵਿੱਚ ਵੀ ਵੇਖਿਆ, ਸਾਰੇ ਥਾਵਾਂ ਤੇ ਵੇਖਿਆ, ਪਰ ਸਾਨੂੰ ਗੁਰੂ ਤੇਗ ਬਹਾਦਰ ਲੱਭੇ ਨੇ। ਇਹਨਾਂ ਵਜ਼ੀਰਾਂ ਨੇ ਚਿੱਠੀ ਲਿਖ ਕੇ ਔਰੰਗਜ਼ੇਬ ਨੂੰ ਭੇਜੀ ਹੈ। ਸੁਨ ਨਰੰਗ ਨਿਕਿਤਕ ਸੌਰ। ਜਦੋਂ ਚਿੱਠੀ ਪਹੁੰਚੀ ਔਰੰਗਜ਼ੇਬ ਦੇ ਕੋਲ, ਉਹਨੂੰ ਪਤਾ ਲੱਗਿਆ ਵੀ ਕੰਮ ਤੇ ਵਿਗੜ ਗਿਆ। ਉਹਨੇ ਫਿਰ ਆਪਣੇ ਸਿਪਾਹੀ ਭੇਜੇ, ਇੱਕ ਦਸਤਾ ਭੇਜਿਆ ਫੌਜ ਦਾ, ਘੋੜਸਵਾਰ ਫੌਜ ਭੇਜੀ, ਕੁਝ ਸਿਪਾਹੀ ਭੇਜੇ ਉਸ ਵੇਲੇ। ਹਿਤ ਖੋਜਨ ਪਠ ਨਿਕਟ ਕੇ ਦੂਰ। ਉਹਨਾਂ ਸਿਪਾਹੀਆਂ ਨੂੰ ਆਖਿਆ ਵੀ ਲੱਭੋ ਮਹਾਰਾਜ ਨੂੰ, ਨੇੜੇ ਕੇ ਦੂਰ ਘੋੜੇ ਭਜਾਓ। ਅਫਸਰਾਂ ਨੂੰ ਚਿੱਠੀਆਂ ਪਾ ਦਿੱਤੀਆਂ, ਜਿਹੜੇ ਕੋਤਵਾਲ ਸਨ ਵੱਖ-ਵੱਖ ਥਾਣਿਆਂ ਦੇ, ਉਹਨਾਂ ਨੂੰ ਚਿੱਠੀਆਂ ਭੇਜੀਆਂ ਗਈਆਂ ਵੀ ਲੱਭੋ ਮਹਾਰਾਜ ਕਿੱਧਰ ਚਲੇ ਗਏ ਨੇ। ਜਹਾਂ ਕਹਾਂ ਕੋ ਵਿਚਰਨ ਲਾਗੇ। ਜਿੱਥੇ ਕਿੱਥੇ ਉਹ ਲੱਭਣ ਲੱਗ ਪਈਆਂ ਫੌਜਾਂ, ਸਿਪਾਹੀ ਜਿਹੜੇ ਸਨ ਥਾਣਿਆਂ ਦੇ, ਬਾਦਸ਼ਾਹ ਦੇ ਫੌਜੀ ਲੱਭਣ ਲੱਗ ਪਏ ਵੀ ਮਹਾਰਾਜ ਕਿੱਧਰ ਚਲੇ ਗਏ। ਦੂਜੇ ਜਿਤ ਕਿਤ ਪਾਛੇ ਆਗੇ। ਜਿੱਧਰ ਕਿੱਧਰ ਅੱਗੇ ਪਿੱਛੇ ਪੁੱਛਦੇ ਫਿਰਦੇ ਹਨ। ਕੀਚਤ ਅਹਦੀ ਅਰ ਸਵਾਰ। ਕੁਝ ਐਦੀਏ ਜਿਹੜੇ ਪਲੰਘਾਂ ਤੇ ਚੜ ਕੇ ਚੱਲਦੇ ਸਨ, ਆਪਾਂ ਪਿੱਛੇ ਬਚਨ ਵਾਰ-ਵਾਰ ਸਰਵਣ ਕੀਤਾ ਵੀ ਬਾਦਸ਼ਾਹ ਦਾ ਸੁਨੇਹਾ ਲੈ ਕੇ ਆਉਣ ਵਾਲੇ, ਉਹ ਵੀ ਲੱਭਣ ਲੱਗ ਪਏ। ਜਿਹੜੇ ਬਾਦਸ਼ਾਹ ਦੇ ਸੂਈਏ ਸਨ, ਗੁਪਤਚਰ ਸੂਈਏ CID ਵਾਲੇ, ਉਹ ਵੀ ਲੱਭਣ ਲੱਗ ਪਏ। ਤੇ ਬਾਦਸ਼ਾਹ ਦੀ ਫੌਜ ਘੋੜਿਆਂ ਵਾਲੀ ਚੜ ਕੇ ਇੱਧਰ ਉੱਧਰ ਥਾਵਾਂ ਤੇ ਲੱਭਦੇ ਹਨ। ਵਿਚਰਤ ਦੇਸ਼ ਵਿਦੇਸ਼ ਮਝਾਰ। ਸਾਰਿਆਂ ਥਾਵਾਂ ਤੇ ਵਿਚਰਦੇ ਲੱਭਦੇ ਫਿਰਦੇ। ਇਤ ਸਤਿਗੁਰ ਸਭ ਅੰਤਰ ਹੁਣ ਜਾਮੀ। ਮਹਾਰਾਜ ਭਾਈ ਅੰਤਰਜਾਮੀ ਨੇ, ਮਨ ਦੀਆਂ ਜਾਣਨ ਵਾਲੇ ਨੇ। ਮਹਾਰਾਜ ਸਾਹਿਬ ਜੀ ਉਸ ਵੇਲੇ ਜਾਣ ਗਏ ਸਤਿਗੁਰੂ ਐਸੇ ਹਨ।
ਮਹਾਰਾਜ ਜਾਣਦੇ ਨੇ ਵੀ ਸਾਨੂੰ ਇਹ ਜਿਹੜੇ ਲੱਭਦੇ ਫਿਰਦੇ ਹਨ ਸਾਰਿਆਂ ਥਾਵਾਂ ਦੇ ਜਲ ਉੱਪਰ। ਥਲ ਘਟ ਘਟ ਜਾਣਤ ਸੁਆਮੀ। ਸਤਿਗੁਰੂ ਪਾਤਸ਼ਾਹ ਜੀ ਜਲ ਦੇ ਵਿੱਚ ਥਲ ਦੇ ਵਿੱਚ ਜਰੇ ਜਰੇ ਦੀ ਖਬਰ ਸੋਝੀ ਰੱਖਣ ਵਾਲੇ ਹਨ। ਸੈਫਦੀਨ ਕੋ ਕੀਨ ਨਿਹਾਲ। ਮਹਾਰਾਜ ਨੇ ਸੈਫਦੀਨ ਨੂੰ ਪਟਿਆਲੇ ਵਿੱਚ ਨਿਹਾਲ ਕੀਤਾ ਹੈ। ਬੈਠੇ ਹੋਤੇ ਕਹਿਓ ਇੱਕ ਕਾਲ। ਤੇ ਸਤਿਗੁਰੂ ਬੈਠੇ ਸਨ। ਹੁਣ ਮਹਾਰਾਜ ਜਾਣਦੇ ਸਨ ਵੀ ਫੌਜ ਸਾਨੂੰ ਲੱਭਣ ਲੱਗ ਪਈ ਹੈ, ਤੇ ਇਸ ਤੋਂ ਪਹਿਲਾਂ ਕਿ ਫੌਜ ਸਾਡੇ ਤੱਕ ਪਹੁੰਚੇ ਸਾਨੂੰ ਆਪੇ ਪਹੁੰਚ ਜਾਣਾ ਚਾਹੀਦਾ। ਇੱਕ ਦਿਨ ਮਹਾਰਾਜ ਬੈਠੇ ਤੇ ਉਸ ਦਿਨ ਸੈਫਦੀਨ ਨੂੰ ਕੋਲ ਬੁਲਾਇਆ। ਅਬ ਹਮ ਚਲਿਓ ਚਾਹੇ ਕਿਤਿਆਂ। ਕਹਿਣ ਲੱਗੇ ਸੈਫਦੀਨ ਹੁਣ ਅਸੀਂ ਜਾਣਾ ਚਾਹੁੰਦੇ ਹਾਂ, ਇੱਥੋਂ ਅੱਗੇ ਜਾਣਾ ਚਾਹੁੰਦੇ ਹਾਂ। ਤੇਰੇ ਕੋਲ 2 ਮਹੀਨੇ ਅਸੀਂ ਲਾ ਦਿੱਤੇ, ਹੁਣ ਅਸੀਂ ਇੱਥੋਂ ਜਾਣਾ ਹੈ। ਬਸੇ ਚੁਮਾਸਾ ਤੁਬ ਬਚਮਾਨ। ਤੇ ਤੇਰਾ ਬਚਨ ਮੰਨ ਕੇ ਅਸੀਂ ਤੇਰੇ ਕੋਲ ਵਸੇ ਹਾਂ, ਤੇਰੇ ਕੋਲ ਰਹੇ ਹਾਂ। ਸਤਨਾਮ ਸਿਮਰਨ ਕਰ ਸਦਾ। ਤੇ ਤੂੰ ਹੁਣ ਕੀ ਕਰਨਾ ਹੈ? ਤੂੰ ਸਾਡੇ ਜਾਣ ਤੋਂ ਮਗਰੋਂ ਸੱਚ ਨਾਮ ਦਾ ਸਿਮਰਨ ਕਰਨਾ। ਸੱਚਾ ਨਾਮ ਜਿਹੜਾ ਹੈ ਨਾ ਉਹਦਾ ਤੂੰ ਹਰ ਵੇਲੇ ਯਾਦ ਕਰਨਾ, ਸਿਮਰਨ ਕਰਨਾ ਹੈ। ਸੰਕਟ ਵਿਆਪ ਸਕੈ ਨ ਕਦਾ। ਤੈਨੂੰ ਕਦੇ ਸੰਕਟ ਵਿਆਪੇਗਾ ਹੀ ਨਹੀਂ, ਵਿਪਤਾ ਕਦੇ ਨਹੀਂ ਤੇਰੇ ਤੇ ਪੈਗੀ ਜੇ ਨਾਮ ਜਪੇਗਾ। ਕਿਉਂਕਿ ਸਤਿਗੁਰਾਂ ਦਾ ਨਾਮ ਹੀ ਇਹੋ ਜਿਹਾ ਬਿਗਨ ਬਿਨਾਸਨ ਸਭ ਦੁਖ ਨਾਸਨ ਸਤਿਗੁਰ ਨਾਮ ਦਿਰੜਾਇਆ। ਮਹਾਰਾਜ ਕਹਿੰਦੇ ਨਾਮ ਜਪੇਗਾ ਨਾ, ਬੰਦਗੀ ਕਰੇਗਾ, ਤੇਰੇ ਤੇ ਸੰਕਟ ਨਹੀਂ ਪਵੇਗਾ। ਇਹ ਉਪਦੇਸ਼ ਮਹਾਰਾਜ ਨੇ ਚੱਲਣ ਲੱਗਿਆ ਸੈਫਦੀਨ ਨੂੰ ਆਖਿਆ ਹੈ। ਸਤ ਸੰਗਤ ਕੇ ਸੰਗ ਸੋ ਤੇ ਪ੍ਰੀਤ। ਤੇਰੀ ਸਤ ਸੰਗਤ ਨਾਲ ਪ੍ਰੀਤੀ ਰਹੇਗੀ, ਪ੍ਰੇਮ ਰਹੇਗਾ। ਸੇਵਾ ਕਰੋ ਲਹੋ ਸੁਖਨੀਤ। ਸੇਵਾ ਕਰ ਤੇ ਤੈਨੂੰ ਰੋਜ਼ ਇਥੋਂ ਸੁਖ ਪ੍ਰਾਪਤ ਹੋਣਗੇ ਨਾਮ ਦੇ ਵਿੱਚੋਂ। ਇਹ ਉਪਦੇਸ਼ ਦਿੱਤਾ ਹੈ। ਜਨਮ ਮਰਨ ਤੇਰੋ ਅਬ ਮਿਟਿਓ। ਤੇ ਸਤਿਗੁਰੂ ਪਾਤਸ਼ਾਹ ਕਹਿੰਦੇ ਸੰਗਤ ਦੀ ਸੇਵਾ ਕਰਕੇ, ਗੁਰੂ ਦੀ ਸੇਵਾ ਕਰਕੇ ਤੇਰਾ ਜੰਮਣ ਤੇ ਮਰਨਾ ਮਿਟ ਗਿਆ, ਖਤਮ ਹੋ ਗਿਆ ਹੈ। ਗੁਰੂ ਕਿਰਪਾ ਤੇ ਸੰਕਟ ਕਟਿਓ। ਗੁਰੂ ਕਿਰਪਾ ਨਾਲ ਜਿਹੜੇ ਤੇਰੇ ਤੇ ਸੰਕਟ ਪੈਣੇ ਸਨ ਉਹ ਸਾਰੇ ਕੱਟੇ ਗਏ। ਤਾਤੀ ਵਾਓ ਨਾ ਲੱਗਈ ਪਾਰ ਬ੍ਰਹਮ ਸਰਨਾਈ ਚੌਗਿਰਦ ਹਮਾਰੇ ਰਾਮਕਾਰ ਦੁੱਖ ਲੱਗੈ ਨਾ ਭਾਈ। ਐਸੀਆਂ ਬਖਸ਼ਿਸ਼ਾਂ ਮਹਾਰਾਜ ਨੇ ਕੀਤੀਆਂ ਹਨ। ਸੈਫਦੀਨ ਸੁਨ ਪ੍ਰੇਮ ਵਿਸਾਲਾ। ਸੈਫਦੀਨ ਨੇ ਸੁਣੇ ਨਾ ਬਚਨ ਮਹਾਰਾਜ ਦੇ ਬੜੇ ਪ੍ਰੇਮ ਦੇ ਨਾਲ। ਭਏ ਸੱਜਲ ਲੋਚਨ ਤਿਸ ਇਹਦੇ ਕਾਲ। ਦੋਨਾਂ ਨੇਤਰਾਂ ਵਿੱਚੋਂ ਕਹਿੰਦੇ ਵਿਰਾਗ ਦਾ ਜਲ ਵਹਿਣ ਲੱਗ ਪਿਆ। ਜਦੋਂ ਮਹਾਰਾਜ ਨੇ ਆਖਿਆ ਨਾ ਵੀ ਹੁਣ ਅਸੀਂ ਜਾਣਾ ਚਾਹੁੰਦੇ ਹਾਂ, ਐਸਾ ਪ੍ਰੇਮ ਦੇ ਵਿੱਚ ਭਿੱਜਿਆ ਵੀ ਇਹਦੇ ਦੋਹਾਂ ਨੇਤਰਾਂ ਵਿੱਚੋਂ ਉਸ ਵੇਲੇ ਹੰਝੂ ਵਹਿ ਤੁਰੇ ਹਨ। ਮੋਹ ਚਿਤ ਮੋਹ ਚਿਤ ਸਾਥ ਨ ਚਾਹੈ। ਸਤਿਗੁਰੂ ਪਾਤਸ਼ਾਹ ਮਹਾਰਾਜ ਜੀਓ, ਠੀਕ ਹੈ ਤੁਸੀਂ ਜਾਣਾ ਚਾਹੁੰਦੇ ਹੋ, ਪਰ ਮੇਰਾ ਚਿੱਤ ਤੁਹਾਡਾ ਸਾਥ ਛੱਡਣਾ ਹੀ ਨਹੀਂ ਚਾਹੁੰਦਾ। ਮੈਂ ਨਹੀਂ ਚਾਹੁੰਦਾ ਵੀ ਤੁਸੀਂ ਮੇਰੇ ਮਨ ਤੋਂ ਦੂਰ ਹੋ ਜਾਵੋ। ਗਮਨੋ ਗੁਰੂ ਬਾਗ ਕੋ ਕਹੈ। ਸਤਿਗੁਰੂ ਪਾਤਸ਼ਾਹ ਜੀ ਮੈਂ ਜਾਣਾ ਹੈ, ਇਹ ਗੱਲ ਹੀ ਤੁਸੀਂ ਕਿਉਂ ਕਹਿੰਦੇ ਹੋ? ਜਾਣਾ ਤੇ ਵੱਖਰੀ ਗੱਲ ਹੈ। ਜਿਹੜੀ ਤੁਸੀਂ ਇਹ ਗੱਲ ਕੀਤੀ ਹੈ ਨਾ ਵੀ ਸੈਫਦੀਨ ਅਸੀਂ ਚੱਲੇ ਹਾਂ, ਮਹਾਰਾਜ ਤੁਸੀਂ ਇਹ ਵੀ ਕਿਉਂ ਆਖਿਆ ਹੈ? ਮੈਨੂੰ ਤੇ ਇਹ ਵੀ ਗੱਲ ਮਨ ਨੂੰ ਚੁੱਭ ਗਈ ਹੈ, ਚੰਗੀ ਨਹੀਂ ਲੱਗੀ, ਦਰਦ ਹੋਇਆ ਇਹ ਗੱਲ ਸੁਣ ਕੇ। ਤੁਸੀਂ ਇਹ ਗੱਲ ਕਿਉਂ ਕਹੀ ਹੈ ਵੀ ਅਸੀਂ ਚੱਲੇ ਹਾਂ? ਮਹਾਰਾਜ ਮੈਨੂੰ ਤੇ ਇਹ ਵੀ ਗੱਲ ਸੁਣਨੀ ਚੰਗੀ ਨਹੀਂ ਲੱਗਦੀ ਹੈ। ਕਹਾਂ ਠਗੌਰੀ ਮੋਹ ਪਰ ਡਾਰੀ। ਸਤਿਗੁਰੂ ਪਾਤਸ਼ਾਹ ਜੀ ਕੀ ਮੇਰੇ ਤੇ ਠੱਗ ਬੂਟੀ ਪਾ ਦਿੱਤੀ ਹੈ? ਕੀ ਤੁਸੀਂ ਮੈਨੂੰ ਇਸ ਵੇਲੇ ਦੁਬਧਾ ਵਿੱਚ ਪਾਇਆ ਹੈ? ਮਨ ਵਸ ਰਾਵਰ ਰੱਖੋ ਸੰਗਾਰੀ। ਮਹਾਰਾਜ ਮੇਰਾ ਤੇ ਮਨ ਤੁਹਾਡੇ ਵੱਸ ਵਿੱਚ ਹੈ, ਮੈਨੂੰ ਨਾਲ ਹੀ ਰੱਖੋ, ਮੇਰੇ ਤੇ ਕਿਰਪਾ ਕਰੋ। ਸ੍ਰੀ ਗੁਰੂ ਤੇਗ ਬਹਾਦਰ ਸੁਣ ਕੇ। ਗੁਰੂ ਤੇਗ ਬਹਾਦਰ ਪਾਤਸ਼ਾਹ ਨੇ ਸੈਫਦੀਨ ਦੀ ਸੁਣੀ ਬੇਨਤੀ ਤੇ ਮਹਾਰਾਜ ਜੀ ਸੁਣ ਕੇ ਉਸ ਵੇਲੇ ਧੀਰਜ ਦੀਨ ਪ੍ਰੇਮ ਤਿਸ ਗੁਣ ਕੈ। ਉਹਦਾ ਪ੍ਰੇਮ ਵੇਖ ਕੇ, ਸ਼ਰਧਾ ਵੇਖ ਕੇ ਮਹਾਰਾਜ ਨੇ ਧੀਰਜ ਦਿੱਤਾ। ਕਹਿਣ ਲੱਗੇ ਹੌਸਲਾ ਰੱਖ ਸੈਫਦੀਨ, ਸਰੀਰ ਤੇ ਮਿਲਦੇ ਵਿਛੜਦੇ ਰਹਿੰਦੇ, ਸਰੀਰਾਂ ਦੇ ਮੋਹ ਵਿੱਚ ਨਹੀਂ ਪਈਦਾ ਹੈ। ਹਮਨੇ ਅਬ ਕੁਛ ਕਰਨੇ ਕਾਜਾ। ਸੈਫਦੀਨ ਗੱਲ ਇਹ ਆ ਵੀ ਹਾਲੇ ਅਸੀਂ ਕਈ ਕੰਮ ਕਰਨੇ ਨੇ। ਜੇ ਅਸੀਂ ਇੱਥੇ ਹੀ ਬੈਠੇ ਰਹੇ, ਜਿਹੜੀ ਡਿਊਟੀ ਸਾਡੀ ਪਰਮਾਤਮਾ ਵੱਲੋਂ ਲੱਗੀ ਹੈ, ਫਿਰ ਉਹ ਕਿਵੇਂ ਪੂਰੀ ਕਰਾਂਗੇ? ਅਸੀਂ ਕਈ ਕੰਮ ਹਾਲੇ ਕਰਨੇ ਹਨ। ਨਹੀਂ ਸਾਥ ਕੋ ਨਿਭੈ ਸਮਾਜਾ। ਤੇ ਇਹ ਸਾਜੋ ਸਮਾਨ ਨਾਲ ਨਹੀਂ ਸਾਡੇ ਨਿਭ ਸਕਦਾ। ਜੇ ਅਸੀਂ ਨਾਲ ਬੰਦੇ ਹੀ ਲਿਜਾਣੇ ਹੋਣ ਤੇ ਅਨੰਦਪੁਰ ਸਾਹਿਬ ਬੇਅੰਤ ਸੰਗਤ ਸੀ ਸਾਡੇ ਨਾਲ ਆਉਣ ਵਾਲੀ, ਬੇਅੰਤ ਸੰਗਤਾਂ ਸਿੱਖ, ਪਰ ਅਸੀਂ ਜਾਣਦੇ ਸਾਂ ਵੀ ਜਿਹੜਾ ਅਸੀਂ ਕੌਤਕ ਕਰਨਾ ਇੰਨੇ ਲੋਕਾਂ ਦਾ ਨਾਲ ਲਿਆਉਣਾ ਠੀਕ ਨਹੀਂ ਹੈ। ਨਿਤ ਪ੍ਰਤ ਉੱਠ ਕਰ ਠਾਨੋ ਧਿਆਨ। ਸਤਿਗੁਰਾਂ ਨੇ ਉਹਨੂੰ ਉਪਦੇਸ਼ ਦਿੱਤਾ ਸਾਡੇ ਵਾਸਤੇ ਵੀ ਹੈ। ਮਹਾਰਾਜ ਕਹਿੰਦੇ ਇੱਕ ਤੇ ਅੰਮ੍ਰਿਤ